ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਲਾਈਫ ਇਨ ਕੈਨੇਡਾ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰਾਂ 'ਚ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ, ਜਿਹਦੇ ਵਿੱਚ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕੈਨੇਡਾ ਦੇ ਘਰਾਂ ਦੇ ਬਾਰੇ ਵਿੱਚ। ਸੋ ਸਾਰੇ ਜਾਣਦੇ ਨੇ ਕਿ ਕੈਨੇਡਾ ਵਿੱਚ ਅਸੀਂ ਪੜ੍ਹਨ ਲਿਖਣ ਆਉਂਦੇ ਹਾਂ, ਉਸ ਤੋਂ ਬਾਅਦ ਸਭ ਦਾ ਇੱਕ ਹੀ ਟੀਚਾ ਹੁੰਦਾ ਹੈ ਕਿ ਇੱਥੇ ਹੁਣ ਆਪਣਾ ਘਰ ਹੋਵੇ, ਆਪਣੀ ਛੱਤ ਹੋਵੇ, ਆਪਣਾ ਪਰਿਵਾਰ ਹੋਵੇ, ਜਿੱਥੇ ਸਾਰੇ ਮਿਲ ਕੇ ਜਿਹੜਾ ਟਾਈਮ ਸਪੈਂਡ ਕਰਨ। ਬਹੁਤ ਮਿਹਨਤਾਂ ਕੀਤੀਆਂ ਜਾਂਦੀਆਂ ਨੇ ਤੇ ਇੱਥੇ ਤੱਕ ਪਹੁੰਚਿਆ ਜਾਂਦਾ ਆ। ਜਿਹੇ ਵਿੱਚ ਇੱਕ ਬਹੁਤ ਵਧੀਆ ਘਰ ਦਾ ਸੁਪਨਾ ਹਰ ਕੋਈ ਸੋਚਦਾ ਆ। ਗੱਡੀਆਂ ਵੀ ਅਸੀਂ ਲੈ ਲੈਂਦੇ ਹਾਂ, ਘਰ ਵੀ ਅਸੀਂ ਲੈ ਲੈਂਦੇ ਹਾਂ, ਪਰ ਘਰ ਕਿਸ ਤਰੀਕੇ ਦੇ ਇੱਥੇ ਹੋ ਸਕਦੇ ਨੇ, ਅੱਜ ਤੁਹਾਨੂੰ ਉਸ ਦੀ ਸੈਰ ਕਰਵਾਉਂਦੇ ਹਾਂ। ਸੋ ਅੱਜ ਅਸੀਂ ਇਸ ਵਕਤ ਹੈਗੇ ਹਾਂ ਜੀ ਬਰੈਂਪਟਨ ਦੇ ਵਿੱਚ, ਜਿੱਥੇ ਕਿ ਓਪਨ ਹਾਊਸ ਇਸ ਵਕਤ ਲੱਗਿਆ ਹੋਇਆ। ਸੋ ਅਸੀਂ ਨਾਲ ਹੀ ਤੇਜਵੀਰ ਤੋਗਾ ਜੀ ਨਾਲ ਗੱਲਬਾਤ ਕਰਾਂਗੇ ਤੇ ਕੈਨੇਡਾ ਦੇ ਵਿੱਚ ਘਰਾਂ ਦੇ ਕੰਸੈਪਟ ਦੇ ਬਾਰੇ ਵਿੱਚ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਘਰ ਹੁੰਦੇ ਨੇ। ਨਾਲ ਦੀ ਨਾਲ ਇਹ ਘਰ ਜੇਕਰ ਅਸੀਂ ਲੈਣਾ ਚਾਹੁੰਦੇ ਹਾਂ, ਜਿਹੜਾ ਇੱਥੇ ਕੈਨੇਡਾ ਵਿੱਚ ਨਵਾਂ ਮੂਵ ਹੋ ਰਿਹਾ, ਜਾਂ ਜੇਕਰ ਇਸ ਵਕਤ ਤੁਸੀਂ ਕੈਨੇਡਾ ਵਿੱਚ ਹੈਗੇ ਹੋ ਤੇ ਆਪਣਾ ਘਰ ਲੈਣਾ ਚਾਹੁੰਦੇ ਹੋ, ਇਹ ਐਪੀਸੋਡ ਖਾਸ ਤੌਰ ਤੇ ਤੁਹਾਡੇ ਲਈ ਹੈ। ਕਿਉਂਕਿ ਅੱਜ ਅਸੀਂ ਤੁਹਾਡੇ ਨਾਲ ਸਾਰੀ ਗੱਲਬਾਤ ਕਰਾਂਗੇ ਕਿ ਕੈਨੇਡਾ ਵਿੱਚ ਘਰ ਜਿਹੜੇ ਕਿਸ ਤਰੀਕੇ ਨਾਲ ਅਸੀਂ ਲੈ ਸਕਦੇ ਹਾਂ, ਇਹਦੇ ਲਈ ਕੀ ਪ੍ਰੋਸੈਸ ਹੋ ਸਕਦਾ, ਘਰ ਕਿਸ ਤਰੀਕੇ ਦੇ ਹੁੰਦੇ ਨੇ। ਸੋ ਸਾਰੀ ਤੁਹਾਨੂੰ ਜਾਣਕਾਰੀ ਦੇਵਾਂਗੇ। ਨਾਲ ਦੀ ਨਾਲ ਗੱਲ ਕਰਾਂਗੇ ਕਿ ਮਾਰਕੀਟ ਕਿਸ ਤਰੀਕੇ ਦੀ ਹੈਗੀ ਹੈ ਇਸ ਵਕਤ। ਰੀਅਲ ਸਟੇਟ ਦੀ ਮਾਰਕੀਟ ਦੀ ਗੱਲ ਕਰੀ ਜਾਵੇ, GTA ਦੀ ਤੇ ਨਾਲ ਕੈਨੇਡਾ ਦੀ ਕਿਸ ਤਰੀਕੇ ਦੀ ਮਾਰਕੀਟ ਹੈਗੀ ਆ, ਘਰਾਂ ਦੀਆਂ ਕੀਮਤਾਂ ਮਿਨੀਮਮ ਟੂ ਮੈਕਸੀਮਮ ਕਿੰਨੀਆਂ ਹੋ ਸਕਦੀਆਂ ਨੇ, ਤੇ ਅੱਜ ਸਾਰਾ ਕੁਝ ਅਸੀਂ ਤੁਹਾਨੂੰ ਦੱਸਾਂਗੇ। ਜੇ ਤੁਸੀਂ ਘਰ ਲੈਣਾ ਚਾਹੁੰਦੇ ਹੋ, ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ, ਤੇ ਇੱਥੇ ਮੇਨ ਇੰਪੋਰਟੈਂਟ ਘਰ ਕਿਸ ਤਰੀਕੇ ਦੇ ਨੇ, ਉਹ ਵੀ ਤੁਹਾਨੂੰ ਅੰਦਰੋਂ ਅਸੀਂ ਜ਼ਰੂਰ ਦਿਖਾਵਾਂਗੇ। ਸੋ ਚੱਲਦੇ ਹਾਂ ਜੀ ਲਾਈਫ ਇਨ ਕੈਨੇਡਾ, ਕੈਨੇਡਾ ਦੇ ਘਰਾਂ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਮੈਂ ਤਰਨਜੀਤ ਕੌਰ ਘੁੰਮਣ। ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਦਾ ਪ੍ਰੋਗਰਾਮ ਲਾਈਫ ਇਨ ਕੈਨੇਡਾ। ਸੋ ਜਦੋਂ ਲਾਈਫ ਇਨ ਕੈਨੇਡਾ ਦੀ ਗੱਲ ਆਉਂਦੀ ਆ ਤਾਂ ਹਰ ਕੋਈ ਇੱਥੇ ਆਉਂਦਾ ਹੈ ਤੇ ਸੋਚਦਾ ਇਹ ਜ਼ਰੂਰ ਹੈ ਕਿ ਇੱਕ ਨਾ ਇੱਕ ਦਿਨ ਆਪਣਾ ਘਰ ਵੀ ਹੋਊਗਾ। ਮਿਹਨਤਾਂ ਕਰਦੇ ਆ, ਸਟੂਡੈਂਟ ਵੀਜ਼ਾ ਤੋਂ ਉਸ ਤੋਂ ਬਾਅਦ ਵਰਕ ਪਰਮਿਟ 'ਤੇ ਆਉਂਦੇ ਆ, ਤੇ ਵਰਕ ਪਰਮਿਟ ਤੋਂ ਬਾਅਦ PR ਹੁੰਦੇ ਆ, ਤੇ ਉਸ ਤੋਂ ਬਾਅਦ ਇੱਕ ਹੀ ਏਮ ਹੁੰਦਾ ਕਿ ਹੁਣ ਤਾਂ ਆਪਣਾ ਘਰ ਲੈਣਾ ਆ। ਕੈਨੇਡਾ ਵਿੱਚ ਘਰ ਲੈਣਾ ਕਿੰਨਾ ਕੁ ਸੌਖਾ ਜਾਂ ਕਿੰਨਾ ਕੁ ਔਖਾ ਹੈ, ਇਹਦੇ ਬਾਰੇ ਗੱਲ ਕਰਾਂਗੇ। ਘਰਾਂ ਦੇ ਟ੍ਰੈਂਡ ਦੀ ਗੱਲ ਕਰਾਂਗੇ, ਕਿਸ ਤਰੀਕੇ ਦੇ ਘਰ ਜਿਹੜੇ ਇੱਥੇ ਜ਼ਿਆਦਾ ਟ੍ਰੈਂਡ ਦੇ ਵਿੱਚ ਨੇ। ਖਾਸ ਤੌਰ 'ਤੇ ਸਾਡੀ ਕਮਿਊਨਿਟੀ ਦੀ ਗੱਲ ਕੀਤੀ ਜਾਵੇ, ਸਾਡੀ ਕਮਿਊਨਿਟੀ ਕਿਸ ਤਰੀਕੇ ਦੇ ਘਰਾਂ 'ਚ ਰਹਿਣਾ ਪਸੰਦ ਕਰਦੀ ਹੈ। ਪਿੱਛੋਂ ਜਦੋਂ ਅਸੀਂ ਆਉਂਦੇ ਹਾਂ, ਖੁੱਲ੍ਹੇ ਘਰਾਂ 'ਚੋਂ ਆਉਂਦੇ ਹਾਂ, ਸਾਡੀਆਂ ਆਪਣੀਆਂ ਛੱਤਾਂ ਹੁੰਦੀਆਂ ਨੇ, ਐਡੇ ਵਿਹੜੇ ਹੁੰਦੇ ਆ। ਸਭ ਤੋਂ ਪਹਿਲਾਂ ਆ ਕੇ ਇੱਕ ਬੇਸਮੈਂਟ ਦੇ ਵਿੱਚ ਜਦੋਂ ਲਾਈਫ ਗੁਜ਼ਾਰਦੇ ਹਾਂ ਤਾਂ ਬਹੁਤ ਔਖਾ ਲੱਗਦਾ ਆ। ਉਸ ਤੋਂ ਬਾਅਦ ਇੰਡੀਆ ਵੀ ਚੇਤੇ ਆਉਂਦਾ, ਆਪਣੇ ਘਰ ਆਪਣੇ ਰੂਮ ਵੀ ਚੇਤੇ ਆਉਂਦੇ ਨੇ, ਤੇ ਇਸ ਤੋਂ ਬਾਅਦ ਤਾਂ ਫਿਰ ਪੱਕਾ ਮਨ ਬਣ ਜਾਂਦਾ ਕਿ ਹੁਣ ਤਾਂ ਜੋ ਵੀ ਹੋ ਜੇ ਆਪਣਾ ਘਰ ਲੈਣਾ ਹੀ ਲੈਣਾ ਆ। ਸੋ ਅੱਜ ਅਸੀਂ ਘਰਾਂ ਦੇ ਬਾਰੇ ਵਿੱਚ ਗੱਲਬਾਤ ਕਰਾਂਗੇ ਲਾਈਫ ਇਨ ਕੈਨੇਡਾ ਵਿੱਚ, ਕਿ ਕੈਨੇਡਾ ਵਿੱਚ ਘਰ ਕਿਸ ਤਰੀਕੇ ਦੇ ਹੁੰਦੇ ਨੇ, ਕਿੰਨੇ ਤੱਕ ਤੋਂ ਵੈਲਿਊ ਜਿਹੜੀ ਆ ਸ਼ੁਰੂ ਹੁੰਦੀ ਆ, ਪ੍ਰਾਈਸ ਕਿੰਨੇ ਤੋਂ ਸ਼ੁਰੂ ਹੁੰਦਾ ਆ, ਘਰ ਲਿਆ ਕਿਸ ਤਰੀਕੇ ਨਾਲ ਜਾ ਸਕਦਾ, ਕੀ ਫਾਰਮੈਲਿਟੀਜ਼ ਹੁੰਦੀਆਂ ਨੇ। ਸੋ ਅੱਜ ਸਾਰੀ ਇਸ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਨਾਲ ਹੀ ਤੁਹਾਨੂੰ ਕੈਨੇਡਾ ਦੇ ਘਰ ਦਾ ਟੂਰ ਵੀ ਕਰਵਾਵਾਂਗੇ। ਸਾਡੇ ਨਾਲ ਜਾਣਕਾਰੀ ਦੇਣ ਲਈ ਪਹੁੰਚ ਚੁੱਕੇ ਨੇ ਜੀ ਤੇਜਵੀਰ ਤੁੱਗਾ ਜੀ। ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਵੈਰੀ ਮਚ ਤਰਨ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਆਉਣ ਲਈ। ਥੈਂਕ ਯੂ ਸੋ ਮਚ ਜੋ ਤੁਸੀਂ ਆਪਣੇ ਬਿਜ਼ੀ ਸਕੈਜੂਲ 'ਚੋਂ ਸਭ ਤੋਂ ਪਹਿਲਾਂ ਸਾਨੂੰ ਟਾਈਮ ਦਿੱਤਾ। ਨੋ ਪ੍ਰੋਬਲਮ ਜੀ, ਪਲੇਜ਼ਰ। ਸਭ ਤੋਂ ਪਹਿਲਾਂ ਓਪਨ ਹਾਊਸ ਲੱਗਿਆ ਸੀ, ਜਿਵੇਂ ਆਪਾਂ ਮਿਲੇ ਤੇ ਗੱਲਬਾਤ ਹੋਈ ਕਿ ਓਪਨ ਹਾਊਸ ਲੱਗਿਆ। ਓਪਨ ਹਾਊਸ ਇਹ ਕੀ ਕਨਸੈਪਟ ਹੁੰਦਾ ਆ? ਓਪਨ ਹਾਊਸ ਕਨਸੈਪਟ ਹੈ ਜੀ, ਜਦੋਂ ਕੋਈ ਪ੍ਰਾਪਰਟੀ ਸੇਲ ਤੇ ਜਾਂਦੀ ਹੈ, ਅਦਰਵਾਈਜ਼ ਸਾਨੂੰ ਉਹਦੀ ਅਪਾਇੰਟਮੈਂਟ ਬੁੱਕ ਕਰਕੇ ਆਪਣੇ ਏਜੰਟ ਥਰੂ, ਜਿਹੜੇ ਲਿਸਟਿੰਗ ਏਜੰਟ ਨੇ ਉਹਨਾਂ ਦੇ ਥਰੂ ਘਰ ਦੇਖਣਾ ਪੈਂਦਾ। ਜੇ ਤੁਹਾਡਾ ਓਪਨ ਹਾਊਸ ਚੱਲ ਰਿਹਾ, ਜਿਵੇਂ ਅੱਜ ਅਸੀਂ ਇੱਥੇ 1 ਤੋਂ ਲੈ ਕੇ 4 ਵਜੇ ਤੱਕ ਓਪਨ ਹਾਊਸ ਕਰ ਰਹੇ ਹਾਂ, ਇਹਦੇ 'ਚ ਕੋਈ ਵੀ ਬੰਦਾ ਵਾਕ ਇਨ ਕਰ ਸਕਦਾ ਬਿਨਾਂ ਕਿਸੇ ਅਪਾਇੰਟਮੈਂਟ ਤੋਂ, ਤੇ ਇਹਦੇ ਆਵਰਸ ਹੁੰਦੇ ਨੇ ਪੋਸਟ ਕੀਤੇ ਵੀ। ਅੱਜ ਜਿਵੇਂ ਸਾਡਾ ਵੈਬਸਾਈਟ 'ਤੇ ਲਿਖਿਆ ਵੀ ਓਪਨ ਹਾਊਸ 1 ਤੋਂ ਲੈ ਕੇ 4 ਵਜੇ ਤੱਕ ਕਰਨਾ। ਸੋ ਉਸ ਸਮੇਂ 'ਚ ਕੋਈ ਵੀ ਬੰਦਾ ਜੋ ਉੱਥੇ ਡਰਾਈਵ ਬਾਈ ਕਰ ਰਿਹਾ, ਜਿਹਨੇ ਸਾਡੇ ਸਾਈਨ ਫੋਲੋ ਕੀਤੇ ਨੇ, ਡਾਇਰੈਕਸ਼ਨ ਸਾਈਨ ਦੇਖ ਕੇ ਸਾਡੇ ਕੋਲ ਆ ਸਕਦੇ ਨੇ, ਤੇ ਜਿਹਨਾਂ ਨੂੰ ਘਰ ਚੰਗਾ ਲੱਗਦਾ ਫਿਰ ਦੀ ਫਰਦਰ ਗੱਲਬਾਤ ਕੀਤੀ ਜਾ ਸਕਦੀ ਹੈ। ਘਰ ਇੱਥੇ ਕਿੰਨੇ ਕੁ ਟਾਈਪ ਦੇ ਹੁੰਦੇ, ਕਿੰਨੇ ਤਰੀਕੇ ਦੇ ਘਰ ਹੁੰਦੇ ਆ, ਤੇ ਕਿਹੜੇ ਘਰ ਜ਼ਿਆਦਾ ਡਿਮਾਂਡ 'ਚ ਨੇ ਅੱਜ ਕੱਲ੍ਹ? ਹਾਂਜੀ, ਜਿਹੜੀ ਮੁੱਢਲੀ ਇਨਫੋਰਮੇਸ਼ਨ ਉਹ ਤਾਂ ਇਹ ਹੈ ਜੀ ਕਿ 3-4 ਤਰ੍ਹਾਂ ਦੇ ਘਰ ਨੇ। ਇੱਕ ਟਾਊਨ ਹਾਊਸਿਸ, ਜਿਹੜੇ ਜਿਹਨਾਂ ਰੋ ਹਾਊਸਿਸ ਵੀ ਕਹਿੰਦੇ ਨੇ, 8 ਜਾਂ 10 ਘਰ ਜਿਹੜੇ ਇਕੱਠੇ ਜੁੜੇ ਹੁੰਦੇ, ਇੱਕੋ ਬਿਲਡਿੰਗ ਹੁੰਦੀ ਹੈ। ਜਿਹੜੇ ਉਸ ਤੋਂ ਬਾਅਦ ਹੁੰਦੇ ਨੇ ਉਹਨੂੰ ਸੈਮੀ ਡੀਟੈਚ ਜਾਂ ਡੂਪਲੈਕਸ ਕਹਿੰਦੇ ਨੇ, ਜਿਹਦੇ ਲੈਫਟ ਰਾਈਟ ਸੱਜੇ ਖੱਬੇ 2 ਘਰ ਜੁੜੇ ਹੁੰਦੇ ਨੇ। ਉਸ ਤੋਂ ਬਾਅਦ ਜਿਹੜੀ ਬਹੁਤੀ ਲੋਕਾਂ ਦੀ ਡਿਮਾਂਡ ਹੈ, ਇੱਛਾ ਹੁੰਦੀ ਹੈ ਡੀਟੈਚ ਘਰਾਂ ਦੀ। ਜਿਹੜੇ ਸਿੰਗਲ ਘਰ ਨੇ, ਜਿਹੜੇ ਕਿਸੇ ਨਾਲ ਕੋਈ ਬਿਲਡਿੰਗ ਅਟੈਚ ਨਹੀਂ ਹੁੰਦੀ, ਉਹਨੂੰ ਡੀਟੈਚ ਕਿਹਾ ਜਾਂਦਾ। ਜਾਂ ਫਿਰ ਕੁਝ ਕੰਡੋਮੀਨੀਅਮਸ ਨੇ, ਟਾਊਨ ਹਾਊਸਿਸ, ਸਟੈਕ ਹਾਊਸਿਸ। ਪਰ ਡੀਟੈਚ ਘਰ ਜਿਹੜਾ ਜੇ ਇਹਨਾਂ ਦੀ ਕੈਟਾਗਰੀ 'ਚ ਦੇਖਿਆ ਜਾਵੇ, ਡੀਟੈਚ ਘਰ ਜਿਹੜਾ ਉਹਦੀ ਜ਼ਿਆਦਾ ਡਿਮਾਂਡ ਹੁੰਦੀ ਹੈ। ਸੋ ਆਪਾਂ ਇਸ ਵਕਤ ਜਿਹੜੇ ਘਰ ਦੇ ਅੱਗੇ ਹੈਗੇ ਆ, ਇਹ ਕਿਹੜੀ ਕੈਟਾਗਰੀ 'ਚ ਆਉਂਦੇ? ਇਹਨੂੰ ਸੈਮੀ ਡੀਟੈਚ ਜਾਂ ਫਿਰ ਲਿੰਕ ਡੀਟੈਚ ਕਿਹਾ ਜਾ ਸਕਦਾ। ਲਿੰਕ ਡੀਟੈਚ ਦਾ ਮਤਲਬ ਇਹ ਹੈ ਜੀ ਕਿ ਇਹਨਾਂ ਦੇ ਸਿਰਫ ਗਰਾਜ ਆਪਸ ਜੁੜੇ ਹੋਏ ਨੇ। ਘਰ ਜਿਹੜੀ ਬਿਲਡਿੰਗ ਆ ਉਹ ਡੀਟੈਚ ਹੈ। ਇਹ 4 ਲੈਵਲ ਬੈਕ ਸਪਲਿਟ ਘਰ ਨੇ। ਸੋ ਲਿੰਕ, ਸੈਮੀ ਜਾਂ ਡੀਟੈਚ ਘਰਾਂ ਦੇ ਵਿੱਚੋਂ ਵੀ ਅੱਗੇ ਕੈਟਾਗਰੀਜ਼ ਬਣੀਆਂ ਹੁੰਦੀਆਂ ਨੇ। 2 ਸਟੋਰੀ ਜਾਂ 2 ਬੰਗਲੋ। ਜਿਹੜੇ ਬੰਗਲੋ ਹੁੰਦੇ ਸਿਰਫ ਇੱਕੋ ਹੀ ਲੈਵਲ ਹੁੰਦਾ, ਜਿਵੇਂ ਆਪਣੇ ਇੰਡੀਆ ਵਾਲੇ ਘਰ ਸਨ। 2 ਸਟੋਰੀ ਜਿਹਨਾਂ 'ਚ ਮੇਨ ਲੈਵਲ 'ਤੇ ਲਿਵਿੰਗ, ਫੈਮਿਲੀ ਰੂਮ ਔਰ ਬੈਡਰੂਮਸ ਵਗੈਰਾ ਸੈਕਿੰਡ ਲੈਵਲ 'ਤੇ ਹੁੰਦੇ ਆ। ਜਾਂ ਫਿਰ ਜਿਹੜੇ ਸਪਲਿਟ ਲੈਵਲ ਨੇ, 4 ਲੈਵਲ ਸਪਲਿਟ ਆ। ਇਹਨਾਂ 'ਚ ਜਗ੍ਹਾ ਜ਼ਿਆਦਾ ਹੁੰਦੀ ਹੈ, ਤੇ ਬੇਸਮੈਂਟ ਅਪਾਰਟਮੈਂਟਸ ਤੇ ਰੈਂਟਲ ਪ੍ਰੋਪਰਟੀਜ਼ ਲਈ ਬਹੁਤ ਚੰਗੇ ਰਹਿੰਦੇ ਘਰ। ਘਰ ਲੈਣ ਦਾ ਹਰੇਕ ਦਾ ਸੁਪਨਾ ਹੁੰਦਾ ਕੈਨੇਡਾ ਦੇ ਵਿੱਚ। ਸੋ ਘਰ ਦਿਵਾਉਣ 'ਚ ਤੁਸੀਂ ਬਹੁਤ ਹੈਲਪ ਕਰਦੇ ਹੋ। ਸੋ ਇਸ ਵਕਤ ਮਾਰਕੀਟ ਦੀ ਗੱਲ ਕੀਤੀ ਜਾਵੇ, ਕਿਸ ਤਰੀਕੇ ਦੀ ਮਾਰਕੀਟ ਚੱਲ ਰਹੀ ਹੈ? ਇਸ ਵਕਤ ਜਿਹੜੀ
ਅਪ੍ਰੈਲ ਮਹੀਨਾ ਸ਼ੁਰੂ ਹੋਇਆ ਪਿਛਲੇ 15 ਕੁ ਦਿਨਾਂ ਤੋਂ ਇੰਟਰਸਟ ਰੇਟ 'ਚ ਬੈਂਕ ਆਫ ਕੈਨੇਡਾ ਨੇ ਥੋੜ੍ਹੀ ਚੇਂਜ ਕੀਤੀ ਹੈ, ਜਿਹੜੀਆਂ ਕਿ ਵਿਆਜ ਦਰਾਂ ਜਿਹੜੀਆਂ ਬੈਂਕ ਸਮੇਂ ਤੋਂ ਸਮੇਂ ਆਪਣੀਆਂ ਚੇਂਜ ਕਰਦੀ ਰਹਿੰਦੀ ਹੈ। ਓਵਰਨਾਈਟ ਰੇਟਸ ਇਹਨਾਂ ਨੂੰ ਕਿਹਾ ਜਾਂਦਾ ਹੈ। ਹੁਣ ਸਾਡੀ ਇਸ ਵੇਲੇ ਮਾਰਕੀਟ ਬਹੁਤ ਵੱਧ ਚੁੱਕੀ ਸੀ, ਪ੍ਰਾਈਸਿਸ ਬਹੁਤ ਸਨ ਹਰ ਪਾਸੇ, ਸਰਕਾਰਾਂ 'ਚ ਵੀ ਇਹੀ ਗੱਲ ਚੱਲ ਰਹੀ ਸੀ। ਜਦੋਂ ਹੁਣ ਨਵੀਂ ਸਰਕਾਰ ਵੀ ਬਣੀ ਹੈ ਕਿ ਜਿਹੜੇ ਘਰ ਆ ਉਹ ਲੋਕਾਂ ਦੀ ਅਫੋਰਡੇਬਿਲਿਟੀ ਤੋਂ ਬਾਹਰ ਹੋ ਗਏ, ਲੋਕਾਂ ਨੂੰ ਇੱਥੋਂ ਬਾਹਰ ਜਾਣਾ ਪੈ ਰਿਹਾ। ਬਹੁਤ ਸਾਰੇ ਪਰਿਵਾਰ ਇੱਥੋਂ ਕੈਲਗਰੀ ਮੂਵ ਹੋਏ ਨੇ, ਪ੍ਰੋਵਿੰਸ ਹੀ ਛੱਡ ਗਏ। ਪਹਿਲਾਂ ਲੋਕ ਇੱਥੇ ਕਿਚਨਰ, ਕੈਂਬਰਿਜ, ਵਿੰਡਸਰ ਤੱਕ ਚਲੇ ਜਾਂਦੇ ਸਨ, ਪਰ ਹੁਣ ਉਹ ਵੀ ਬਹੁਤ ਮਹਿੰਗਾ ਹੋ ਗਿਆ। ਸੋ ਲੋਕਾਂ ਦੀ ਅਫੋਰਡੇਬਿਲਿਟੀ ਨੂੰ ਧਿਆਨ 'ਚ ਰੱਖ ਕੇ ਸਰਕਾਰ ਸਾਲ 2 ਸਾਲ ਬਾਅਦ ਜਦੋਂ ਕਦੇ ਇੱਦਾਂ ਦੀ ਡਿਮਾਂਡ ਉੱਠਦੀ ਹੈ ਉਦੋਂ ਮਾਰਕੀਟ ਨੂੰ ਕੰਟਰੋਲ ਕਰਨ ਲਈ ਕੁਝ ਐਕਸ਼ਨ ਲੈਂਦੀ ਹੈ। ਇਸ ਵਾਰ ਵੀ ਲਿਆ ਗਿਆ ਜੀ ਉਹ ਇੰਟਰਸਟ ਜਿਹੜਾ 0.25% ਵਧਿਆ ਸੀ ਅਪ੍ਰੈਲ ਦੇ ਵਿੱਚ। ਹੁਣ ਪਤਾ ਲੱਗਿਆ ਕਿ ਮਿਡ ਅਪ੍ਰੈਲ 'ਚ ਸ਼ਾਇਦ ਦੁਬਾਰਾ ਵਧੇ, ਪਰ ਹਜੇ ਉਹਦਾ ਕੋਈ ਪੱਕਾ ਗਰੰਟੀ ਨਹੀਂ ਹੈ। ਇੰਟਰਸਟ ਰੇਟ ਵਧਣ ਦੇ ਨਾਲ ਥੋੜ੍ਹੀ ਜਿਹੀ ਮਾਰਕੀਟ ਨੂੰ ਠੱਲ ਪਾਈ ਜਾ ਸਕਦੀ ਹੈ ਕਿ ਕੋਈ ਵਧੇ ਹੋਏ ਇੰਟਰਸਟ ਰੇਟ 'ਤੇ ਕਈ ਵਾਰੀ ਬਹੁਤ ਸਾਰੇ ਲੋਕ ਅਫੋਰਡ ਨਹੀਂ ਕਰਦੇ ਜਾਂ ਫਿਰ ਉਹਨਾਂ ਦੀ ਮੌਰਗੇਜ ਕੁਆਲੀਫਾਈ ਨਹੀਂ ਹੁੰਦੀਆਂ। ਇਸ ਕਰਕੇ ਇਸ ਵਕਤ ਜਿਹੜੀ ਬਹੁਤ ਸਟੇਬਲ ਮਾਰਕੀਟ ਆ, ਨਾ ਇਹਨੂੰ ਬਾਇਰ ਮਾਰਕੀਟ ਕਿਹਾ ਜਾ ਸਕਦਾ, ਨਾ ਹੀ ਸੈਲਰ ਮਾਰਕੀਟ ਕਿਹਾ ਜਾ ਸਕਦਾ। ਇਟਸ ਅ ਬੈਲੈਂਸਡ ਮਾਰਕੀਟ। ਹਾਂਜੀ। ਸੋ ਜਦੋਂ ਘਰ ਲੈਣਾ ਹੁੰਦਾ ਆ ਇਸ ਵਕਤ, ਜੇ ਕੈਨੇਡਾ ਖਾਸ ਤੌਰ ਤੇ GTA ਦੀ ਗੱਲ ਕਰੀਏ, ਗ੍ਰੇਟਰ ਟੋਰਾਂਟੋ ਏਰੀਆ ਦੀ, ਘਰਾਂ ਦੀ ਇਸ ਵਕਤ ਪ੍ਰਾਈਸਿੰਗ, ਐਵਰੇਜ ਪ੍ਰਾਈਸਿੰਗ ਕੀ ਚੱਲ ਰਹੀ ਹੈ? ਸਾਡੇ ਬਰੈਂਪਟਨ 'ਚ ਆਪਾਂ ਗੱਲ ਕਰੀਏ, ਜਿੱਥੇ ਆਪਾਂ ਬੈਠੇ ਹਾਂ, ਜਿੱਥੇ ਆਪਣੀ ਬਹੁਤੀ ਕਮਿਊਨਿਟੀ ਆ ਜਾਂ ਤੁਹਾਡੇ ਜਿਹੜੇ ਵਿਊਅਰਸ ਨੇ ਉਹਨਾਂ ਨੂੰ ਜਾਣਨ ਵਾਲੇ ਲੋਕ, ਜਾਂ ਜੇ ਕੋਈ ਇੰਡੀਆ ਤੋਂ ਆ ਵੀ ਰਿਹਾ ਹੈ, ਬਹੁਤੇ ਲੋਕ ਇੱਥੇ ਬਰੈਂਪਟਨ 'ਚ ਹੀ ਸੈਟਲ ਹੁੰਦੇ ਆ ਜੀ। ਅਤੇ ਇੱਥੇ ਸਾਡੀ ਜਿਹੜੀ ਐਵਰੇਜ ਪ੍ਰਾਈਸ ਹੈ ਉਹ ਅਬਾਊਟ 900,000 9 ਲੱਖ ਦੇ ਆਸ-ਪਾਸ ਹੈ, ਜਿਹੜੀ ਕਿ ਡੀਟੈਚ ਘਰਾਂ ਦੀ ਪ੍ਰਾਈਸ ਤਾਂ ਫਿਰ 2 ਮਿਲੀਅਨ ਤੋਂ ਵੀ ਉੱਪਰ ਚਲੀ ਜਾਂਦੀ ਹੈ। ਅਤੇ 9 ਲੱਖ ਜਿਹੜਾ ਤੁਸੀਂ ਕਿਹਾ ਜਾ ਸਕਦਾ ਕਿ ਐਵਰੇਜ ਪ੍ਰਾਈਸ ਸਾਡੇ ਇੱਥੇ ਬਰੈਂਪਟਨ 'ਚ ਹੈ ਜੀ। ਸੋ ਜਦੋਂ ਕਿਸੇ ਨੂੰ, ਜਿਵੇਂ ਓਪਨ ਹਾਊਸ ਤੁਸੀਂ ਲਗਾਇਆ, ਕੋਈ ਇੱਥੇ ਵਿਜ਼ਿਟ ਕਰਦੇ ਨੇ, ਕਿਸੇ ਨੂੰ ਘਰ ਪਸੰਦ ਆਉਂਦਾ ਆ, ਅਤੇ ਇਸ ਤੋਂ ਬਾਅਦ ਘਰ ਲੈਣ ਦਾ ਕੀ ਵੇ ਹੁੰਦਾ, ਕੀ ਪ੍ਰੋਸੈਸ ਹੁੰਦਾ? ਜਦੋਂ ਕਿਸੇ ਨਾਲ ਜੀ ਕਿਸੇ ਹੋਰ ਏਜੰਟ ਦੇ ਨਾਲ ਜਾਂ ਕਿਸੇ ਬ੍ਰੋਕਰ ਜਾਂ ਬ੍ਰੋਕਰੇਜ ਦੇ ਨਾਲ ਕੰਮ ਕਰ ਰਹੇ ਨੇ, ਫਿਰ ਤਾਂ ਉਹਨਾਂ ਦਾ ਬ੍ਰੋਕਰ ਜਾਂ ਬ੍ਰੋਕਰੇਜ ਸਾਨੂੰ ਕੰਟੈਕਟ ਕਰਦੀ ਆ, ਉਹ ਫਿਰ ਆਪਣਾ ਐਗਰੀਮੈਂਟ ਆਫ ਸੇਲ ਐਂਡ ਪਰਚੇਜ਼ ਵਗੈਰਾ ਬਣਾਏ ਜਾਂਦੇ ਨੇ। ਉਹਦੇ 'ਚ ਕੁਝ ਕੰਡੀਸ਼ਨਸ ਹੁੰਦੀਆਂ ਨੇ, ਕੁਝ ਹੋਮ ਇੰਸਪੈਕਸ਼ਨ ਕਰਨੀ ਚਾਹੁਣ ਜਾਂ ਕੋਈ ਫਾਈਨੈਂਸਿੰਗ ਵਾਸਤੇ ਟਾਈਮ ਲੈਣਾ ਚਾਹੁਣ, ਉਹ ਸਾਰੀਆਂ ਚੀਜ਼ਾਂ ਆਪਸ ਵਿੱਚ ਨੈਗੋਸ਼ੀਏਟ ਹੁੰਦੀਆਂ ਨੇ। ਆਫਰ ਜਦੋਂ ਸਾਡੇ ਕੋਲ ਪੇਪਰ 'ਤੇ ਆਉਂਦੀ ਹੈ, ਐਜ਼ ਅ ਲਿਸਟਿੰਗ ਏਜੰਟ, ਐਜ਼ ਅ ਸੈਲਰਸ ਰਿਪਰੈਜ਼ੈਂਟੇਟਿਵ, ਮੇਰੀ ਜੌਬ ਆਫਰ ਲੈ ਕੇ ਜਾਣਾ ਸੈਲਰ ਦੇ ਕੋਲ, ਜਿਹਦੇ 4-5 ਚੀਜ਼ਾਂ ਦੇਖੀਆਂ ਜਾਂਦੀਆਂ ਨੇ। ਨੰਬਰ 1 ਇਜ਼ ਦਾ ਪ੍ਰਾਈਸ, ਵੀ ਪ੍ਰਾਈਸ ਜੇ ਅਸੀਂ ਇਹ 12 ਲੱਖ ਦਾ ਲਾਇਆ, ਕੋਈ 12 ਦੇ ਰਿਹਾ ਜਾਂ 14 ਦੇ ਰਿਹਾ, 10 ਹੀ ਦੇ ਰਿਹਾ, ਪ੍ਰਾਈਸ ਦੇਖੀ ਜਾਂਦੀ ਹੈ। ਉਹਦਾ ਡਿਪੋਜ਼ਿਟ ਦੇਖਿਆ ਜਾਂਦਾ, ਜਿਹਨੂੰ ਆਪਾਂ ਪੰਜਾਬੀ 'ਚ ਬਿਆਨਾ ਕਹਿੰਦੇ ਹਾਂ, ਜਿਹੜਾ ਇਨੀਸ਼ੀਅਲ ਡਿਪੋਜ਼ਿਟ ਅਸੀਂ ਦੇਣਾ ਹੁੰਦਾ ਉਹ ਦੇਖਿਆ ਜਾਂਦਾ। ਉਹਦੀ ਕਲੋਜ਼ਿੰਗ ਡੇਟ ਕਦੋਂ ਹੈ, ਮਤਲਬ ਜੇ ਅੱਜ ਉਹਨਾਂ ਨੇ ਡਿਪੋਜ਼ਿਟ ਦਿੱਤਾ ਅਤੇ ਉਹਨਾਂ ਨੇ ਕਦੋਂ ਜਾ ਕੇ ਉਹਨੂੰ ਕਲੋਜ਼ ਕਰਨਾ, ਉਹਦੇ 'ਚ ਕਿਹੜੀਆਂ ਕੰਡੀਸ਼ਨਸ ਨੇ, ਕਿਹੜੇ ਸਬਜੈਕਟਸ ਨੇ, ਕਿਹੜੀਆਂ ਸ਼ਰਤਾਂ ਜਿਹੜੀਆਂ ਬਾਇਰ ਵੱਲੋਂ ਰੱਖੀਆਂ ਗਈਆਂ, ਉਹ ਦੇਖੀਆਂ ਜਾਂਦੀਆਂ ਜੀ। ਜਦੋਂ ਗੱਲ ਆਉਂਦੀ ਹੈ ਕੋਈ, ਜਿਵੇਂ ਖਾਸ ਤੌਰ ਤੇ ਆਪਣੀ ਹੁਣ ਅੱਜ ਕੱਲ੍ਹ ਜਿਹੜੀ ਕਮਿਊਨਿਟੀ ਆ ਰਹੀ ਆ, PR ਬੇਸ ਤੇ ਵੀ ਆ ਰਹੀ ਆ, ਸੋ ਆ ਕੇ ਜੇਕਰ ਕੋਈ ਘਰ ਲੈਣਾ ਚਾਹੁੰਦਾ ਆ, ਕੀ ਪੂਰਾ ਪ੍ਰੋਸੈਸ ਹੁੰਦਾ, ਕਿਵੇਂ ਕੁਆਲੀਫਾਈ ਕਰਦੇ ਨੇ? ਹਾਂਜੀ, ਪਹਿਲੀ ਗੱਲ ਤਾਂ ਇਹ ਕਿ ਤੁਹਾਡੇ ਕੋਲ ਡਾਊਨ ਪੇਮੈਂਟ ਹੋਣੀ ਚਾਹੀਦੀ ਹੈ, ਰਾਈਟ। 5% ਤੋਂ ਲੈ ਕੇ 20% ਤੱਕ ਡਾਊਨ ਪੇਮੈਂਟ, ਜਾਂ ਵੱਧ ਤੋਂ ਵੱਧ ਜਿੰਨੀ ਵੀ ਤੁਸੀਂ ਕਰ ਸਕਦੇ ਹੋ ਕਰਨੀ ਚਾਹੀਦੀ ਹੈ। ਬਹੁਤ ਸਾਰੇ ਲੋਕ ਜਿਹੜੇ ਇੰਡੀਆ ਤੋਂ ਜਾਂ ਹੋਰਨਾਂ ਮੁਲਕਾਂ ਤੋਂ ਆ ਰਹੇ ਨੇ, ਉਹ ਬਹੁਤੀ ਡਾਊਨ ਪੇਮੈਂਟ ਵਗੈਰਾ ਆਪਣੇ ਕੋਲ ਨਾਲ ਲੈ ਕੇ ਵੀ ਆਉਂਦੇ ਨੇ। ਬੜੀ ਸਾਰੀਆਂ ਸੇਵਿੰਗਸ ਹੁੰਦੀਆਂ ਨੇ, ਜਾਂ ਕੁਛ ਆਪਣੀ ਇੱਥੇ ਪ੍ਰੋਪਰਟੀ ਰੈਪ ਅਪ ਕਰਕੇ ਆਉਣਾ ਚਾਹੁੰਦੇ ਆ। ਬਹੁਤ ਸਾਰੇ ਜਿਹੜੇ ਲੋਕ ਇੱਥੇ ਨਵੇਂ ਫਸਟ ਟਾਈਮ ਹੋਮ ਬਾਇਰਸ ਨੇ, ਉਹਨਾਂ ਦੇ ਪੇਰੈਂਟਸ ਪਿੱਛੇ ਨੇ, ਉਹ ਵੀ ਕਾਫੀ ਹੈਲਪ ਕਰਦੇ ਆ। ਸੋ ਪੈਸਾ ਲਿਆਉਣ ਦਾ ਤਰੀਕਾ ਇੱਕ ਤਾਂ ਪਤਾ ਹੋਣਾ ਚਾਹੀਦਾ ਵੀ ਕਿਵੇਂ ਇੱਥੇ ਲੈ ਕੇ ਆਉਣਾ, ਸਿੱਧੇ ਤਰੀਕੇ ਦੇ ਨਾਲ ਵਾਇਰ ਟ੍ਰਾਂਸਫਰ ਵਗੈਰਾ। ਤੁਹਾਡੇ ਕੋਲ ਕਹਿਣ ਦਾ ਭਾਵ ਡਾਊਨ ਪੇਮੈਂਟ ਹੋਣੀ ਚਾਹੀਦੀ ਹੈ, ਪਲੱਸ ਤੁਹਾਡਾ ਕ੍ਰੈਡਿਟ ਬਹੁਤ ਅੱਛਾ ਹੋਣਾ ਚਾਹੀਦਾ। ਸੋ ਇੱਥੇ ਕ੍ਰੈਡਿਟ ਜਿਹੜਾ ਮੇਨਟੇਨ ਕਰਕੇ ਰੱਖਣਾ ਉਹ ਬੜਾ ਜ਼ਰੂਰੀ ਹੈ। ਕਈ ਵਾਰੀ ਅਸੀਂ ਛੋਟੀ ਗਲਤੀਆਂ ਕਰਕੇ ਆਪਣਾ ਕ੍ਰੈਡਿਟ ਖਰਾਬ ਕਰ ਦਿੰਦੇ ਆ, ਕੋਈ ਬਿੱਲ ਨਹੀਂ ਟਾਈਮ 'ਤੇ ਭਰਿਆ, ਕੋਈ ਕਾਰ ਦੀਆਂ ਕਿਸ਼ਤਾਂ ਜਿਹੜੀਆਂ ਉਹ ਟਾਈਮ 'ਤੇ ਨਹੀਂ ਦਿੱਤੀਆਂ। ਸੋ ਕ੍ਰੈਡਿਟ ਜਿਹੜਾ ਆ ਉਹਨੂੰ ਕੋਈ ਰਿਪੇਅਰ ਨਹੀਂ ਕਰ ਸਕਦਾ, ਤੁਹਾਡੇ 'ਤੇ ਆ, ਤੁਸੀਂ ਉਹਨੂੰ ਸੰਭਾਲ ਕੇ ਰੱਖਣਾ। ਉਹ ਤੁਹਾਡੇ ਲਈ ਬਹੁਤ ਲੰਮਾ ਟਾਈਮ ਤੁਹਾਡੇ ਨਾਲ ਰਹਿਣਾ, ਔਰ ਉਹਦੇ ਬੇਸਿਸ ਦੇ ਉੱਤੇ ਹੀ ਤੁਹਾਨੂੰ ਲੋਨ ਵਗੈਰਾ ਜਿਹੜੇ ਮਿਲਣੇ ਆ। ਸੋ ਕ੍ਰੈਡਿਟ ਚੰਗਾ ਹੋਵੇ, ਤੁਹਾਡੇ ਕੋਲ ਜੌਬ ਅੱਛੀ ਹੋਵੇ, ਤੁਹਾਡਾ ਟੈਕਸ ਜਿਹੜਾ ਪ੍ਰੋਪਰ ਭਰਿਆ ਹੋਵੇ, ਔਰ ਫਿਰ ਉਹਦੀ ਬੇਸਿਸ ਦੇ ਉੱਤੇ ਤੁਹਾਡੀ ਇਨਕਮ ਨੂੰ ਦੇਖ ਕੇ, ਇਹਦਾ ਡਾਊਨ ਪੇਮੈਂਟ ਦੇਖ ਕੇ ਫਿਰ ਕੁਆਲੀਫਾਈ ਕਰਦੀਆਂ ਨੇ ਤੁਹਾਨੂੰ ਬੈਂਕਾਂ। 5 ਚਾਰਟਰ ਬੈਂਕਾਂ ਨੇ ਜਿਹੜੀਆਂ ਮੇਜਰ ਬੈਂਕਾਂ ਨੇ, A ਕਲਾਸ ਬੈਂਕਾਂ ਜਿਹਨੂੰ ਆਪਾਂ ਕਹਿੰਦੇ ਨੇ, TD, ਸਕੋਸ਼ੀਆ, ਕੁਝ B ਲੈਂਡਰਸ ਵਗੈਰਾ ਵੀ ਨੇ। ਤਾਂ ਉਹ ਡਿਪੈਂਡ ਵੀ ਉਹ ਬੰਦੇ ਦੀ ਸਟੈਂਡਿੰਗ ਕਿੱਥੇ ਆ, ਜਿਹੜਾ ਇੰਡੀਵਿਜੂਅਲ ਉਹਨੂੰ ਅਪਲਾਈ ਕਰ ਰਿਹਾ ਉਹ ਕਿੱਥੇ ਖੜਦਾ ਜੀ, ਉਹਦੇ ਹਿਸਾਬ ਨਾਲ ਪਹਿਲਾਂ ਉਹ ਮੌਰਗੇਜ ਅਪਰੂਵ ਕਰਾਉਣੀ ਚਾਹੀਦੀ ਹੈ। ਰੀਅਲ ਸਟੇਟ ਉਸ ਤੋਂ ਬਾਅਦ ਆਉਂਦਾ ਜੀ। ਬਹੁਤ ਸਾਰੇ ਲੋਕ ਮੈਂ ਤੁਹਾਨੂੰ ਦੱਸਾਂ ਕਿ ਬਹੁਤ ਸਾਰੇ ਲੋਕ ਇਹ ਵੀ ਗਲਤੀ ਕਰਦੇ ਆ ਕਿ ਬਿਨਾਂ ਕੁਆਲੀਫਿਕੇਸ਼ਨ ਦੇ, ਬਿਨਾਂ ਇਹ ਜਾਣਿਆ ਵੀ ਉਹਨਾਂ ਦੀ ਪਹੁੰਚ ਕਿੰਨੀ ਆ, ਅਫੋਰਡ ਕਿੰਨਾ ਕਰ ਸਕਦੇ ਆ, ਅਤੇ ਉਹ ਕੁਆਲੀਫਾਈ ਕਿੰਨੇ ਵਾਸਤੇ ਕਰਦੇ ਆ, ਉਹਨੂੰ ਬਿਨਾਂ ਦੇਖੇ ਜੇ ਉਹ ਕੁਆਲੀਫਾਈ ਸਿਰਫ 6 ਲੱਖ ਵਾਸਤੇ ਕਰਦੇ ਆ, ਉੱਤੇ ਕਈ ਵਾਰੀ 8 ਲੱਖ ਜਾਂ 10 ਲੱਖ ਦੇ ਘਰ 'ਤੇ ਆਫਰ ਪਾ ਰਹੇ ਹੁੰਦੇ ਆ। ਉਹਨਾਂ ਨੂੰ ਫਿਰ ਲਾਸਟ ਮਿੰਟ ਸਰਪ੍ਰਾਈਜ਼ਸ ਮਿਲਦੇ ਆ, ਮੌਕੇ 'ਤੇ ਕਲੋਜ਼ਿੰਗ ਨਹੀਂ ਹੋਈ, ਬੜੀ ਹੈਸਲ ਹੁੰਦੀ ਆ, ਫਿਰ ਪੈਸੇ ਇੱਧਰੋਂ ਉੱਧਰੋਂ ਫੜ ਤੁੜ ਕੇ ਜਾਂ ਮਹਿੰਗੇ ਵਿਆਜ ਦਰਾਂ ਦੇ ਉੱਤੇ ਲੈ ਕੇ, ਮਹਿੰਗੀਆਂ ਮੌਰਗੇਜ B ਲੈਂਡਰ ਤੋਂ, C ਲੈਂਡਰ ਤੋਂ ਜਾਂ ਪ੍ਰਾਈਵੇਟ ਮੌਰਗੇਜ ਲੈ ਕੇ ਫਿਰ ਉਹਨੂੰ ਕਲੋਜ਼ ਕਰਨੀ ਪੈਂਦੀ ਆ। ਮੇਰੀ ਸਲਾਹ ਇਹੀ ਹੈ ਲੋਕਾਂ ਨੂੰ ਕਿ ਤੁਸੀਂ ਪਹਿਲਾਂ ਆਪਣੇ ਆਪ ਨੂੰ ਕੁਆਲੀਫਾਈ ਕਰੋ, ਦੇਖੋ ਕਿ ਤੁਹਾਡੀ ਆਪਣੀ ਚਾਦਰ ਦੇ ਹਿਸਾਬ ਨਾਲ ਹੀ ਪੈਰ ਪਸਾਰੋ। ਪ੍ਰੀ ਅਪਰੂਵਲ ਜ਼ਰੂਰ ਲੈਣੀ ਚਾਹੀਦੀ ਹੈ, ਕਿਸੇ ਬੈਂਕਰ ਨਾਲ, ਕਿਸੇ ਬ੍ਰੋਕਰ ਨਾਲ ਕੰਸਲਟ ਕਰ ਲੈਣਾ ਚਾਹੀਦਾ। ਆਪਣੀ ਡਾਊਨ ਪੇਮੈਂਟ ਤੁਹਾਡੇ ਕੋਲ ਇੱਥੇ ਹੋਵੇ। ਬਹੁਤ ਸਾਰੇ ਲੋਕ ਕਮਿਟਮੈਂਟਸ ਪਹਿਲਾਂ ਕਰ ਬਹਿੰਦੇ ਆ, ਘਰ ਖਰੀਦ ਲਿਆ, ਪੈਸੇ ਹਜੇ ਇੰਡੀਆ ਤੋਂ ਜਾਂ ਕਿਤੋਂ ਹੋਰ ਆਉਣੇ ਨੇ, ਕਿਤੋਂ ਗਿਫਟ ਮਿਲਣਾ, ਉਹ ਕਦੋਂ ਆਉਣਗੇ ਇੱਥੇ, ਕਦੋਂ ਪਹੁੰਚਣਗੇ। ਤੁਹਾਡਾ ਸਾਰਾ ਕੁਝ ਰੈਡੀ ਹੋਵੇ, ਤੁਹਾਡੇ ਕੋਲ ਪੈਸੇ ਆਪਣੇ ਪਏ ਹੋਣ, ਤੁਹਾਡਾ ਕ੍ਰੈਡਿਟ ਚੰਗਾ ਹੋਵੇ, ਤੁਸੀਂ ਆਪਣੀ ਪ੍ਰੀ ਅਪਰੂਵਲ ਲੈ ਕੇ ਰੱਖੀ ਹੋਵੇ। ਰੀਅਲ ਸਟੇਟ ਤਾਂ ਸੈਕੰਡਰੀ ਚੀਜ਼ ਹੈ, ਉਸ ਤੋਂ ਬਾਅਦ ਆਉਂਦੀ ਹੈ। ਜਦੋਂ ਤੁਸੀਂ ਗੱਲ ਕਰਦੇ ਹੋ ਕਿ 5 ਤੋਂ ਲੈ ਕੇ 20% ਤੱਕ ਤੁਹਾਡੇ ਕੋਲ ਐਡਵਾਂਸ ਪੇਮੈਂਟ ਹੋਣੀ ਚਾਹੀਦੀ ਆ, ਸੋ ਉਹਦੇ ਵਿੱਚ ਇਹ ਜ਼ਰੂਰ ਪੁੱਛਣਾ ਚਾਹੂੰਗੀ ਕਿ ਜਿਹੜੇ ਤੁਹਾਡੇ ਐਸੈਟਸ ਨੇ ਉਹ ਕਾਊਂਟ ਹੁੰਦੇ ਆ ਜਾਂ ਤੁਹਾਡੇ ਕੋਲ ਬੈਂਕ ਵਿੱਚ ਕੈਸ਼ ਹੋਣਾ
ਹੋਣਾ ਜ਼ਰੂਰੀ ਹੈ? ਬੈਂਕ 'ਚ ਕੈਸ਼ ਹੋਣਾ ਜ਼ਰੂਰੀ ਹੈ ਜੀ। ਹਾਂਜੀ, ਬੈਂਕ 'ਚ ਕੈਸ਼ ਹੋਣਾ ਜ਼ਰੂਰੀ ਹੈ, ਐਸਟ ਨਹੀਂ ਇਹਦੇ 'ਚ ਕਾਊਂਟ ਹੋਣਗੇ। ਤੇ ਜਦੋਂ ਕੋਈ ਫਸਟ ਟਾਈਮ ਹੋਮ ਬਾਇਰ ਹੁੰਦਾ ਨਾ, ਇੱਕ ਬੇਸਮੈਂਟ ਦਾ ਕੰਸੈਪਟ ਬਹੁਤ ਹੁੰਦਾ ਆ ਕਿ ਵੀ ਬੇਸਮੈਂਟ ਬਣੀ ਹੋਵੇ ਜਾਂ ਨਾ ਬਣੀ ਹੋਵੇ, ਬੇਸਮੈਂਟ ਨੂੰ ਇੰਨਾ ਜ਼ਿਆਦਾ ਕਿਉਂ ਤਵੱਜੋ ਦਿੱਤੀ ਜਾਂਦੀ? ਅਫੋਰਡੇਬਿਲਟੀ ਜੀ, ਅਗੇਨ ਤੁਹਾਨੂੰ ਇੱਕ ਹੈਲਪ ਹੁੰਦੀ ਹੈ, ਤੁਹਾਡੇ ਇੱਕ ਮਨ ਦਾ ਸਕੂਨ ਹੁੰਦਾ, ਸਪੈਸ਼ਲੀ ਤੁਸੀਂ ਪਹਿਲੀ ਵਾਰੀ ਘਰ ਲੈਣ ਲੱਗੇ ਹੁੰਦੇ ਹੋ। ਬਹੁਤ ਸਾਰੇ ਲੋਕ ਇਹ ਵੀ ਕਰਦੇ ਆ ਕਿ ਜੱਜ ਉਹਨਾਂ ਦਾ ਪਰਿਵਾਰ ਛੋਟਾ, ਉਹ ਬੇਸਮੈਂਟ ਨੂੰ 2 4 5 ਸਾਲ ਹੀ ਕਿਰਾਏ 'ਤੇ ਚੜ੍ਹਾ ਰੱਖਦੇ ਨੇ, ਜਿੱਥੋਂ 1000 ਤੋਂ ਲੈ ਕੇ 1500 1800 ਡਾਲਰ ਤੱਕ ਵੀ ਡਿਪੈਂਡ ਉਹਦਾ ਸਾਈਜ਼ ਕਿੱਡਾ ਕੁ ਵੱਡਾ। ਜੇ ਉਹਨਾਂ ਦਾ ਪਰਿਵਾਰ ਕੱਲ੍ਹ ਨੂੰ ਵੱਡਾ ਹੁੰਦਾ, ਉਹਨਾਂ ਦੀ ਅਫੋਰਡੇਬਿਲਟੀ ਠੀਕ ਹੁੰਦੀ, ਫਿਰ ਉਹ ਆਪਣੇ ਆਪ ਵੀ ਯੂਜ਼ ਕਰ ਲੈਂਦੇ। ਬਹੁਤ ਸਾਰੇ ਲੋਕਾਂ ਨੂੰ ਮੈਂ ਐਵੇਂ ਵੀ ਜਾਣਦਾ ਜਿਨ੍ਹਾਂ ਨੇ ਫਸਟ ਟਾਈਮਰ ਨੇ ਘਰ ਲਿਆ ਔਰ ਸਿਆਣਾ ਬਣਾ ਲਿਆ, ਉਹ ਘਰ ਲੈ ਕੇ ਆਪ ਉਹਦੀ ਬੇਸਮੈਂਟ 'ਚ ਮੂਵ ਹੋ ਗਏ ਔਰ ਉੱਪਰੋਂ ਉਹਨਾਂ ਨੇ ਕਿਰਾਏ 'ਤੇ ਚੜ੍ਹਤਾ। ਜਦੋਂ ਲੋਡ ਵਧੀ ਉਹਨਾਂ ਦੀ, ਉਹ ਆਪ ਉਹਨਾਂ ਨੇ ਸਵਿਚ ਕਰ ਲਿਆ, ਉੱਪਰਲੇ ਪੋਰਸ਼ਨ 'ਚ ਆਪ ਮੂਵ ਹੋ ਕੇ ਬੇਸਮੈਂਟਾਂ ਕਿਰਾਏ 'ਤੇ ਦਿੱਤੀਆਂ ਨੇ। ਬੇਸਮੈਂਟ ਕਿਰਾਏ 'ਤੇ ਦੇਣ ਦਾ ਕਨਸੈਪਟ ਸਾਡੇ ਇੱਥੇ ਬਹੁਤ ਹੈ, ਕਿਉਂਕਿ ਜਦੋਂ ਪ੍ਰਾਈਸਿਸ ਜ਼ਿਆਦਾ ਅਤੇ ਅਫੋਰਡੇਬਿਲਟੀ ਲੋਕਾਂ ਦੀ ਘੱਟ ਹੈ, ਸੋ ਕਿਸੇ ਨਾ ਕਿਸੇ ਤਰ੍ਹਾਂ ਦੀ ਸਾਨੂੰ ਹੈਲਪ ਚਾਹੀਦੀ ਹੁੰਦੀ ਵੀ ਕਿਤੋਂ ਸਾਨੂੰ 1500 2000 ਦੀ ਇਨਕਮ ਜਿਹੜੀ ਹੈ, $1000 ਦੀ ਇਨਕਮ ਹੀ ਆ ਜੇ, ਉਹਦੇ ਨਾਲ ਸਾਡੇ ਜਿਹੜੇ ਉੱਪਰਲੇ ਖਰਚੇ ਨੇ, ਪ੍ਰੋਪਰਟੀ ਟੈਕਸਿਸ ਆ, ਘਰ ਦੇ ਬਿੱਲ ਬੱਤੀਆਂ ਨੇ, ਮੇਨਟੇਨੈਂਸ ਆ, ਉਹ ਜਿਹੜੇ ਕਵਰ ਹੋ ਜਾਂਦੇ ਨੇ ਜੀ। ਬਹੁਤ ਸਾਰੇ ਲੋਕਾਂ ਦਾ ਇਹ ਵੀ ਮਨ ਦੇ ਵਿੱਚ ਹੁੰਦਾ ਹੈ ਕਿ ਵੀ ਜਦੋਂ ਇੱਥੇ ਆ ਕੇ ਦੇਖਦੇ ਆ ਬੇਸਮੈਂਟਸ ਦੇ ਵਿੱਚ ਰਹਿਣਾ ਨਹੀਂ ਸੌਖਾ ਲੱਗਦਾ ਹੈਗਾ। ਹਰ ਕੋਈ ਚਾਹੁੰਦਾ ਕਿ ਆਪਣਾ ਖੁਦ ਦਾ ਘਰ ਹੋਵੇ। ਫਸਟ ਟਾਈਮ ਹੋਮ ਬਾਇਰਸ ਨੂੰ ਇੰਨਾ ਜ਼ਿਆਦਾ ਨਹੀਂ ਪਤਾ ਹੁੰਦਾ ਕਿ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਅਜਿਹੇ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ, ਕੀ ਸੁਜੈਸਟ ਕਰਨਾ ਚਾਹੋਗੇ ਜਦੋਂ ਵੀ ਕੋਈ ਘਰ ਲੈਣ ਦੇ ਬਾਰੇ ਵਿੱਚ ਸੋਚ ਰਿਹਾ? ਸਭ ਤੋਂ ਇੰਪੋਰਟੈਂਟ ਚੀਜ਼ ਕਿਹੜੀ ਹੋਣੀ ਚਾਹੀਦੀ? ਇੰਪੋਰਟੈਂਟ ਹੈ ਜੀ ਉਸ ਇੰਡਸਟਰੀ ਦੇ ਪ੍ਰੋਫੈਸ਼ਨਲ ਨੂੰ ਮਿਲੋ, ਜਿਹੜੇ ਬੰਦੇ ਰੀਅਲ ਸਟੇਟ ਦਾ ਕੰਮ ਕਰਦੇ ਨੇ ਉਹਨਾਂ ਨੂੰ ਮਿਲੋ, ਜਾਂ ਤੁਹਾਡੇ ਕੋਈ ਰੈਫਰੈਂਸ ਦੇ ਵਿੱਚ ਨੇ ਬਹੁਤ ਸਾਰੇ ਲੋਕ, ਤੁਹਾਡੇ ਰਿਸ਼ਤੇਦਾਰ ਜਾਂ ਤੁਹਾਡੇ ਜਾਣਨ ਵਾਲੇ ਫਰੈਂਡ ਸਰਕਲ 'ਚ ਕਿਸੇ ਨੇ ਕਿਸੇ ਰੀਅਲਟਰ ਨਾਲ ਡੀਲ ਕੀਤਾ ਹੁੰਦਾ, ਤੁਸੀਂ ਉਹਨਾਂ ਨੂੰ ਮਿਲੋ। ਉਹ ਜਾ ਕੇ ਤੁਹਾਨੂੰ ਇਲਾਕੇ ਬਾਰੇ ਦੱਸਣਗੇ, ਉਸ ਇਲਾਕੇ ਦੇ ਵਿੱਚ ਕਿਹੜੇ ਸਕੂਲ ਨੇ ਚੰਗੇ, ਉਹਨਾਂ ਸਕੂਲਾਂ ਦੀ ਕੀ ਰੇਟਿੰਗ ਹੈ, ਜੇ ਤੁਹਾਡੇ ਕੋਲ ਬੱਚੇ ਹੈਗੇ ਉਹਦੇ ਬਾਰੇ ਦੱਸਣਗੇ। ਉੱਥੇ ਕ੍ਰਾਈਮ ਰੇਟ ਕੀ ਹੈ ਉਹ ਵੀ ਤੁਹਾਨੂੰ ਜਾਣਨਾ ਚਾਹੀਦਾ। ਸਿਰਫ ਘਰ ਹੀ ਨਹੀਂ ਦੇਖਣਾ ਚਾਹੀਦਾ, ਘਰ ਦੇ ਨਾਲ ਸੰਬੰਧ ਜਿਹੜੀਆਂ ਹੋਰ ਚੀਜ਼ਾਂ ਉਹ ਵੀ ਧਿਆਨ 'ਚ ਰੱਖੋ। ਉੱਥੇ ਸਕੂਲ ਦੇਖੋ, ਉੱਥੇ ਕ੍ਰਾਈਮ ਰੇਟ ਦੇਖੋ, ਉੱਥੇ ਟ੍ਰੈਫਿਕ ਦੇਖੋ, ਉਹਦੇ ਆਲੇ ਦੁਆਲੇ ਪਾਰਕ ਹੈ ਜਾਂ ਨਹੀਂ ਹੈ ਬਣੇ ਹੋਏ, ਉਸ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਫਿਰ ਤੁਸੀਂ ਜਿਹੜਾ ਘਰ ਦੇਖੋ। ਜਿਵੇਂ ਅਸੀਂ ਬੇਸਮੈਂਟ ਦੀ ਪਹਿਲਾਂ ਗੱਲ ਕੀਤੀ ਸੀ, ਜੇ ਤੁਹਾਨੂੰ ਘਰ ਦੀ ਲੀਗਲ ਬੇਸਮੈਂਟ ਬਣੀ ਮਿਲ ਜੇ ਉਹ ਬਹੁਤ ਜ਼ਿਆਦਾ ਵਧੀਆ, ਕਿਉਂਕਿ ਅੱਜ ਕੱਲ੍ਹ ਬਰੈਂਪਟਨ ਦੇ ਵਿੱਚ ਸਪੈਸ਼ਲੀ ਜਾਂ ਹੋਰ ਵੀ ਸ਼ਹਿਰਾਂ ਦੇ ਵਿੱਚ ਬੜੀਆਂ ਕ੍ਰੈਕਡਾਊਨ ਕੀਤੀਆਂ ਜਾ ਰਹੀਆਂ ਜੀ ਬੇਸਮੈਂਟਾਂ, ਜਿੱਥੇ ਕਿਤੇ ਤੁਹਾਡੇ ਕੋਈ ਨੇਬਰ ਸ਼ਿਕਾਇਤ ਕਰ ਦਿੰਦੇ ਨੇ, ਕਈ ਵਾਰੀ ਤੁਹਾਡਾ ਪੁਰਾਣਾ ਟੇਨਰ ਜਿਹੜਾ ਮੂਵ ਹੁੰਦਾ ਉਹ ਹੀ ਜਾਣ ਲੱਗਾ ਤੁਹਾਡੀ ਸ਼ਿਕਾਇਤ ਕਰ ਜਾਂਦਾ। ਸੋ ਜੇ ਤੁਹਾਡੇ ਕੋਲ ਬੇਸਮੈਂਟ ਹੈ ਤਾਂ ਉਹਨੂੰ ਲੀਗਲ ਕਰਵਾਓ, ਜੇ ਨਹੀਂ ਬਣੀ ਹੋਈ ਲੀਗਲ ਤਾਂ ਉਹਨੂੰ, ਜੇ ਕੋਈ ਨਵਾਂ ਹੀ ਬਣਾਉਣੀ ਚਾਹ ਰਿਹਾ ਤੇ ਉਹਨੂੰ ਲੀਗਲ ਤਰੀਕੇ ਨਾਲ ਹੀ ਬਣਾਉਣੀ ਚਾਹੀਦੀ ਹੈ। ਬਹੁਤ ਸਾਰੀਆਂ ਘਟਨਾਵਾਂ ਵੀ ਹੋਈਆਂ ਨੇ, ਜਿਵੇਂ ਹੁਣ ਆਪਣੇ ਪਿੱਛੇ 2 ਦਿਨ ਪਹਿਲਾਂ ਖੈਰ ਉਹ ਬੇਸਮੈਂਟ ਤੋਂ ਹੀ ਸ਼ੁਰੂ ਹੋਈ ਸੀ, ਘਰ 'ਚ ਅੱਗ ਲੱਗੀ, ਤੁਹਾਡੇ ਸਮੋਕ ਡਿਟੈਕਟਰਸ ਵਗੈਰਾ ਨਹੀਂ ਸੀਗੇ। ਉਹਦੀਆਂ ਸੇਫਟੀ ਵਾਲੀਆਂ ਚੀਜ਼ਾਂ ਨੇ, ਉਹਨਾਂ ਦਾ ਵੀ ਧਿਆਨ ਰੱਖਿਆ ਜਾਵੇ। ਹੋਮ ਓਨਰਸ਼ਿਪ ਲੈਣ ਤੋਂ ਬਾਅਦ ਵੀ ਬਹੁਤ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਅਣਗੌਲੀਆਂ ਕਰ ਦਿੰਦੇ ਹਾਂ। ਬਰੈਂਪਟਨ 'ਚ 5 ਬੰਦਿਆਂ ਦੀ ਮੌਤ ਹੋਈ ਹੈ, ਬੜੀ ਵੱਡੀ ਘਟਨਾ ਹੋਈ ਹੈ, ਪਰਿਵਾਰ ਚਲਾ ਗਿਆ ਸਿਰਫ ਕਿ ਸਮੋਕ ਡਿਟੈਕਟਰ ਜਿਹੜੇ ਨੇ ਉਹ ਨਹੀਂ ਸੀ ਪ੍ਰੋਪਰ ਕੰਮ ਕਰ ਰਹੇ। ਸੋ ਉਹ ਹੁਣ ਹੋਮ ਓਨਰਸ਼ਿਪ ਲੈਣ ਤੋਂ ਬਾਅਦ ਵੀ ਇੱਕ ਲਰਨਿੰਗ ਪ੍ਰੋਸੈਸ ਹੈ, ਉਹਦਾ ਵੀ ਧਿਆਨ ਰੱਖਣਾ ਚਾਹੀਦਾ ਜੀ। ਜੋ ਤੁਸੀਂ ਅੱਗ ਦੀ ਗੱਲ ਕੀਤੀ ਆ, ਜਦੋਂ ਘਰ ਜਦੋਂ ਕੋਈ ਬਾਏ ਕਰਦਾ ਉਸ ਟਾਈਮ ਦੇ ਵਿੱਚ ਇੱਕ ਇੰਸਪੈਕਸ਼ਨ ਹੁੰਦੀ ਆ, ਉਹ ਇੰਸਪੈਕਸ਼ਨ ਕਿੰਨੀ ਕੁ ਜ਼ਰੂਰੀ ਆ ਤੇ ਉਹਦੇ ਵਿੱਚ ਕੀ ਚੀਜ਼ਾਂ ਇਨਕਲੂਡ ਹੁੰਦੀਆਂ ਨੇ? ਇੰਸਪੈਕਸ਼ਨ ਜਦੋਂ ਹੁੰਦੀ ਹੈ ਜੀ ਜ਼ਰੂਰੀ ਬਹੁਤ ਹੈ। ਅੱਜ ਕੱਲ੍ਹ ਸਾਡੀ ਜਿਹੜੀ ਮਾਰਕੀਟ ਪਿਛਲੇ ਕੁਝ ਮਹੀਨਿਆਂ ਤੋਂ ਇੰਨੀ ਜ਼ਿਆਦਾ ਹੀਟ ਅਪ ਸੀ ਕਿ ਜਿਹੜੀਆਂ ਕੰਡੀਸ਼ਨਸ ਵਗੈਰਾ ਲੋਕਾਂ ਨੂੰ ਬਾਹਰ ਨੂੰ ਰੱਖਣ ਦਾ ਟਾਈਮ ਨਹੀਂ ਸੀ ਮਿਲਦਾ। ਆਪਣੀ ਜੇ ਇੱਕ ਪ੍ਰੋਪਰਟੀ ਹੈ ਉਹਨੂੰ 10 ਲੈਣ ਵਾਲੇ ਨੇ ਤੇ 10 ਆਫਰਸ ਨੇ, ਤੇ ਆਪਣੀ ਆਫਰ ਨੂੰ ਚੰਗੀ ਬਣਾਉਣ ਵਾਸਤੇ ਜਾਂ ਆਪਣੀ ਆਫਰ ਦਾ ਵੇਟ ਵਧਾਉਣ ਵਾਸਤੇ ਲੋਕ ਉਹਦੇ 'ਚੋਂ ਕੰਡੀਸ਼ਨਸ ਰਿਮੂਵ ਕਰਦੇ ਸਨ ਕਿ ਅਸੀਂ ਭਾਈ ਐਜ਼ ਇਜ਼ ਲੈਂਦੇ ਹਾਂ। ਅਦਰਵਾਈਜ਼ ਜਦੋਂ ਬੈਲੈਂਸ ਮਾਰਕੀਟ ਹੁੰਦੀ ਹੈ, ਸਾਡੇ ਇੱਥੇ ਅਸੀਂ 5 ਡੇਜ਼ ਕੰਡੀਸ਼ਨ ਘੱਟੋ ਘੱਟ ਪਾ ਕੇ ਚੱਲਦੇ ਹਾਂ। ਇਹਦੇ 'ਚ 5 ਬੈਂਕਿੰਗ ਡੇ ਹੁੰਦੇ ਨੇ, ਮੰਡੇ ਟੂ ਫਰਾਈਡੇ ਐਕਸਕਲੂਡਿੰਗ ਵੀਕਐਂਡਸ, ਤੇ ਉਹਦੇ 'ਚ ਕੀ ਹੈ ਕਿ ਉਸ ਸਮੇਂ ਦੇ ਵਿੱਚ ਬੰਦੇ ਨੇ ਆਪਣੀ ਮੌਰਗੇਜ ਅਪਰੂਵ ਕਰਾਉਣੀ ਹੈ। ਜੇ ਉਹਦੀ ਮੌਰਗੇਜ ਅਪਰੂਵ ਹੁੰਦੀ ਹੈ 5 ਦਿਨਾਂ ਦੇ ਵਿੱਚ ਜਾਂ ਉਹਨੂੰ ਅਪਰੂਵਲ ਕੋਈ ਮਿਲਦੀ ਹੈ ਕਮਿਟਮੈਂਟ ਕਿਸੇ ਬੈਂਕ ਤੋਂ, ਤਾਂ ਠੀਕ ਹੈ, ਨਹੀਂ ਤਾਂ ਉਹਦਾ ਦਿੱਤਾ ਹੋਇਆ ਡਿਪੋਜ਼ਿਟ ਵਾਪਸ ਹੋ ਜਾਂਦਾ ਤੇ ਐਗਰੀਮੈਂਟ ਜਿਹੜੇ ਨਲ ਐਂਡ ਵੋਇਡ ਹੋ ਜਾਂਦੇ ਆ। ਉਹਨਾਂ 5 ਦਿਨਾਂ 'ਚ ਹੀ ਹੋਮ ਇੰਸਪੈਕਸ਼ਨ ਵੀ ਕਰਾਈ ਜਾਂਦੀ ਹੈ, ਜਿਹਦੇ 'ਚ ਜਿਹੜਾ ਇੱਕ ਸਰਟੀਫਾਈ ਹੋਮ ਇੰਸਪੈਕਟਰ ਕੋਈ ਲਾਇਸੈਂਸਡ ਬੰਦਾ ਆਉਂਦਾ, ਜਿਹਨੂੰ ਤੁਸੀਂ ਹਾਇਰ ਕਰਦੇ ਹੋ $400-500 ਦੇ ਕੇ, ਡਿਪੈਂਡ ਕਰਦੇ ਪ੍ਰੋਪਰਟੀ ਦਾ ਸਾਈਜ਼ ਕੀ ਹੈਗਾ ਜੀ। ਉਹ ਆਉਂਦੇ ਨੇ, ਤੁਹਾਡੀ ਰੂਫ, ਹੀਟਿੰਗ, ਪਲੰਬਿੰਗ, ਇਲੈਕਟ੍ਰੀਕਲ, ਇਹ ਸਾਰੀਆਂ ਚੀਜ਼ਾਂ ਦੀ ਇੰਸਪੈਕਸ਼ਨ ਹੁੰਦੀ ਹੈ ਜੀ। ਸਮੋਕ ਡਿਟੈਕਟਰ ਹੋ ਗਏ, ਜਿਹੜੀਆਂ ਚੀਜ਼ਾਂ ਮੋਸਟਲੀ ਸੇਫਟੀ ਨਾਲ, ਕੁਝ ਚੀਜ਼ਾਂ ਮੇਨਟੇਨੈਂਸ ਵਾਲੀਆਂ ਹੁੰਦੀਆਂ ਨੇ ਜੀ, ਉਹ ਤਾਂ ਛੱਡੀਆਂ ਜਾ ਸਕਦੀਆਂ ਨੇ, ਪਰ ਜਿਹੜੀਆਂ ਸੇਫਟੀ ਵਾਲੀਆਂ ਚੀਜ਼ਾਂ ਨੇ ਜੀ, ਇਲੈਕਟ੍ਰੀਕਲ ਜਿਹੜਾ ਉਹ ਤੁਹਾਡਾ ਪ੍ਰੋਪਰ ਹੋਣਾ ਚਾਹੀਦਾ। ਘਰ ਦਾ ਜਿਹੜਾ ਬਿਜਲੀ ਦਾ ਲੋਡ ਹੈਗਾ, ਜੇ ਇੱਥੇ 2 ਅਪਾਰਟਮੈਂਟਸ ਬਣੇ ਹੋਏ ਆ ਤਾਂ 200 ਐਂਪੀਅਰ ਦਾ ਚਾਹੀਦਾ, ਜੇ ਇੱਕੋ ਹੀ ਅਪਾਰਟਮੈਂਟ ਤਾਂ 100 ਐਂਪੀਅਰ ਨਾਲ ਵੀ ਚੱਲ ਜਾਂਦਾ। ਸੋ ਉਹ ਚੀਜ਼ਾਂ ਜਿਹੜੀਆਂ ਹੋਮ ਇੰਸਪੈਕਟਰ ਜ਼ਿਆਦਾ ਦੱਸ ਸਕਦੇ ਨੇ, ਤੇ ਹੋਮ ਇੰਸਪੈਕਸ਼ਨ ਕਰਾਉਣੀ ਬਹੁਤ ਜ਼ਰੂਰੀ ਹੈ। ਜੇ ਤੁਹਾਨੂੰ ਆਪਸ਼ਨ ਮਿਲਦੀ ਹੈ ਤਾਂ ਕਰਾ ਲੈਣੀ ਚਾਹੀਦੀ ਹੈ। ਇਸ ਵਕਤ GTA ਦੇ ਵਿੱਚ ਨਾ ਸਿਰਫ ਹਾਊਸਿੰਗ ਪ੍ਰਾਈਸਿਸ ਨੂੰ ਬਲਕਿ ਰੈਂਟ ਮਾਰਕੀਟ ਦੇਖੀ ਜਾਵੇ ਤਾਂ ਇਹ ਵੀ ਬਹੁਤ ਜ਼ਿਆਦਾ ਉੱਪਰ ਤੱਕ ਜਾ ਚੁੱਕੀ ਆ, ਤੇ ਅਜਿਹੇ ਵਿੱਚ ਹਰ ਕੋਈ ਸੋਚਦਾ ਕਿ ਇੰਨਾ ਰੈਂਟ ਪੇ ਕਰਨ ਨਾਲੋਂ ਆਪਣਾ ਘਰ ਹੋਵੇ ਤਾਂ ਚੰਗੀ ਗੱਲ ਆ। ਇੱਥੇ ਹੀ ਇੰਨੀ ਕੀਮਤਾਂ ਕਿਉਂ ਵਧੀਆਂ ਨੇ? ਜਦੋਂ ਅਸੀਂ ਆਲੇ ਦੁਆਲੇ ਕਿਤੇ ਨਜ਼ਰ ਮਾਰਦੇ ਹਾਂ, ਆਊਟ ਆਫ ਦਾ ਸਿਟੀ ਨਜ਼ਰ ਮਾਰਦੇ ਹਾਂ, ਉੱਥੇ ਹਜੇ ਫਿਰ ਵੀ ਕੁਝ ਠੱਲ ਪਈ ਹੋਈ ਆ ਕੀਮਤਾਂ ਨੂੰ। ਇਹ ਬੜਾ ਸੌਖਾ ਤਰੀਕਾ ਜੀ, ਚੰਡੀਗੜ੍ਹ ਦੀਆਂ ਪ੍ਰਾਈਸਿਸ ਤੇ ਬਾਕੀ ਨਾਲ ਦੇ ਪਿੰਡਾਂ ਦੀਆਂ ਪ੍ਰਾਈਸਿਸ ਦਾ ਬਹੁਤ ਫਰਕ ਹੈ। ਅਸੀਂ ਟੋਰਾਂਟੋ ਡਾਊਨਟਾਊਨ ਦੀ ਗੱਲ ਕਰ ਲਈ, ਉਹ ਸਾਡੇ ਨਾਲੋਂ ਵੀ ਮਹਿੰਗਾ। ਸਾਨੂੰ ਬਰੈਂਪਟਨ ਇਸ ਕਰਕੇ ਲੱਗਦਾ ਮਹਿੰਗਾ ਕਿਉਂਕਿ ਅਸੀਂ ਇੱਥੇ ਬਰੈਂਪਟਨ 'ਚ ਹੀ ਰਹਿੰਦੇ ਹਾਂ ਔਰ ਬਰੈਂਪਟਨ 'ਚ ਹੀ ਵਿਚਰਦੇ ਹਾਂ।
ਤੁਸੀਂ ਬਰੈਂਪਟਨ ਨੂੰ ਬਾਕੀ ਸ਼ਹਿਰਾਂ ਨਾਲ ਕੰਪੇਅਰ ਕਰੋ, ਤੁਸੀਂ ਰਿਚਮੰਡ ਹਿੱਲ ਨਾਲ ਕਰ ਲਓ, ਥੋਰਨਹਿਲ ਨਾਲ ਕਰ ਲਓ, ਤੁਸੀਂ ਮੇਪਲ ਨਾਲ ਕਰ ਲਓ, ਵੌਨ ਨਾਲ ਕਰ ਲਓ, ਮਿਲਟਨ ਨਾਲ ਕਰ ਲਓ, ਮਿਸਾਗਾ, ਸਕਾਰਬਰੋ, ਮਾਰਕਮ ਤੱਕ ਜਿਹੜੇ ਆ ਪ੍ਰਾਈਸਿਸ ਬਹੁਤ ਜ਼ਿਆਦਾ ਨੇ। ਅਸੀਂ ਇੱਥੇ ਤਾਂ ਕਰਦੇ ਹਾਂ ਕਿਉਂਕਿ ਅਸੀਂ ਇੱਥੇ ਵਿਚਰਦੇ, ਸਾਨੂੰ ਇੱਥੇ ਲੱਗਦਾ ਪ੍ਰਾਈਸਿਸ ਬਹੁਤ ਨੇ। ਬਰੈਂਪਟਨ ਹਜੇ ਵੀ ਬਹੁਤੇ ਆਲੇ ਦੁਆਲੇ ਦੀਆਂ ਜਿਹੜੀਆਂ ਸਿਟੀਜ਼ ਨੇ GTA ਦੀਆਂ, ਉਹਨਾਂ ਨਾਲੋਂ ਅਫੋਰਡੇਬਲ ਹੈਗਾ। GTA ਤੋਂ ਬਾਹਰ ਜਿਹੜੀਆਂ ਪ੍ਰਾਈਸਿਸ ਨੇ, ਤੁਸੀਂ ਕਿਚਨਰ, ਕੈਂਬਰਿਜ, ਹਾਂ ਉਹ ਫਰਕ ਹੋਊਗਾ ਜੀ। ਜੇ ਇੱਥੇ ਜਿਹੜੀ ਪ੍ਰੋਪਰਟੀ 2 ਮਿਲੀਅਨ ਦੀ ਹੋ ਸਕਦਾ, ਉੱਥੇ ਉਹ 1.3 ਜਾਂ 1.4 ਦੀ ਜਾਂ 1.5 ਦੀ ਹੋਵੇ, ਫਿਰ ਉਹ ਓਪਰਚੁਨਿਟੀ ਦਾ ਵੀ ਫਰਕ ਆ ਜੀ। ਤੁਹਾਡੇ ਕੋਲ ਇੱਥੇ ਸਹੂਲਤਾਂ ਜ਼ਿਆਦਾ ਨੇ, ਤੁਹਾਡੇ ਕੋਲ ਇੱਥੇ ਜੋਬ ਓਪਰਚੁਨਿਟੀਜ਼ ਜ਼ਿਆਦਾ ਨੇ। ਅੱਜ ਤੁਹਾਡੇ ਕੋਲ ਇੱਕ ਜੋਬ ਜਾਂਦੀ ਹੈ, ਸ਼ਾਇਦ ਤੁਸੀਂ ਦੂਜੀ ਰਾਈਟ ਵੇ ਲੱਭ ਸਕਦੇ ਹੋ, ਅਤੇ ਜਦੋਂ ਆਪਾਂ ਬਾਹਰ ਜਾਂਦੇ ਫਿਰ ਆਪਣੀਆਂ ਲਿਮਿਟੇਸ਼ਨ ਹੋ ਜਾਂਦੀ ਹੈ ਜੀ, ਔਰ ਉਹ ਜਿਹੜੀਆਂ ਓਪਰਚੁਨਿਟੀਜ਼ ਨੇ ਉਹ ਕਾਫੀ ਘੱਟ ਜਾਂਦੀਆਂ। ਅਤੇ ਜਿਹੜੇ ਲੋਕ, ਹਾਂ ਇੱਕ ਟਰੈਂਡ ਬਦਲਿਆ, ਉਹ ਇਸ ਕਰਕੇ ਬਦਲਿਆ ਕਿ ਬਹੁਤ ਸਾਰੇ ਲੋਕ ਵਰਕ ਫਰੋਮ ਹੋਮ ਤੁਹਾਡਾ ਕਰ ਰਿਹਾ ਜੀ। ਜਿਹੜੇ ਲੋਕ IT ਸੈਕਟਰ 'ਚ ਨੇ, ਜਿਹੜੇ ਘਰੋਂ ਹੀ ਕੰਮ ਕਰਦੇ ਨੇ, ਜਿਨ੍ਹਾਂ ਨੇ ਆਫਿਸ ਨਹੀਂ ਜਾਣਾ, ਉਹ ਅੱਜ ਕੱਲ੍ਹ ਪ੍ਰੈਫਰ ਕਰ ਰਹੇ ਨੇ ਅਸੀਂ ਬਾਹਰ ਚਲੇ ਜਾਈਏ, ਕਿਉਂਕਿ ਉਹਨਾਂ ਨੂੰ ਰੋਜ਼ ਕਮਿਊਟ ਕਰਨ ਦੀ ਜ਼ਰੂਰਤ ਨਹੀਂ। ਉਹ ਗੱਡੀ ਚੁੱਕ ਕੇ ਟੋਰਾਂਟੋ ਨਹੀਂ ਜਾਂਦੇ ਰੋਜ਼, ਉਹ ਕਿਤੇ ਵੀ ਰਹਿ ਕੇ ਕੰਮ ਕਰ ਸਕਦੇ ਨੇ। ਇਸ ਕਰਕੇ ਬਾਹਰਲੀਆਂ ਮਾਰਕੀਟ ਜਿਹੜੀਆਂ ਹੁਣ ਉਹ ਵੀ ਬੂਸਟ ਹੋਈਆਂ ਨੇ, ਕਿਉਂਕਿ ਟੋਰਾਂਟੋ ਤੋਂ GTA ਦੇ ਵਿੱਚੋਂ ਨਿਕਲ ਕੇ ਬਹੁਤ ਸਾਰੇ ਲੋਕ ਬਾਹਰਲੇ ਸ਼ਹਿਰਾਂ 'ਚ ਚਲੇ ਗਏ ਜੀ। ਜਦੋਂ ਆਪਾਂ ਗੱਲ ਕਰਦੇ ਹਾਂ ਕਿ ਰੀਸੇਲ ਵੈਲਿਊ ਦੀ ਜਦੋਂ ਗੱਲ ਹੁੰਦੀ ਆ, ਤਾਂ ਕੋਈ ਸਮਾਂ ਸੀ ਜਦੋਂ ਕੌਂਡੋਸ ਵਗੈਰਾ ਨੂੰ ਇੰਨੀ ਜ਼ਿਆਦਾ ਇੰਪੋਰਟੈਂਸ ਨਹੀਂ ਦਿੱਤੀ ਜਾਂਦੀ ਸੀ। ਅੱਜ ਦੇ ਟਾਈਮ 'ਚ ਤਾਂ ਕੌਂਡੋ ਮਾਰਕੀਟ ਵੀ ਬਹੁਤ ਜ਼ਿਆਦਾ ਬੂਸਟ ਕਰ ਚੁੱਕੀ ਆ। ਜਦੋਂ ਆਪਾਂ ਘਰਾਂ ਦੀ ਰੀਸੇਲ ਦੀ ਗੱਲ ਕਰਦੇ ਹਾਂ ਕਿ ਜਾਂ ਫਲਿੱਪ ਪ੍ਰੋਪਰਟੀ ਦੀ ਗੱਲ ਕਰਦੇ ਹਾਂ, ਉਸ ਟਾਈਮ ਦੇ ਵਿੱਚ ਕਿਹੜੀ ਜ਼ਿਆਦਾ ਵੈਲਿਊਏਬਲ ਹੋ ਸਕਦੀ? ਦੇਖੋ ਜੀ, ਇਹ ਬਾਇਰ 'ਤੇ ਡਿਪੈਂਡ ਕਰਦਾ। ਵੈਸੇ ਪ੍ਰੋਪਰਟੀ ਕੋਈ ਵੀ ਜਿਹੜੀ ਰੀਅਲ ਸਟੇਟ 'ਚ ਇਨਵੈਸਟਮੈਂਟ ਕੀਤੀ ਅੱਜ ਤੱਕ ਉਹ ਖਰਾਬ ਤਾਂ ਕਦੇ ਨਹੀਂ ਹੋਈ। GTA ਮਾਰਕੀਟ ਇਹਦੇ 'ਚ ਬੜੀਆਂ ਚੇਂਜਸ ਆਉਂਦੀਆਂ ਨੇ। ਮੈਂ ਬਹੁਤ ਵਾਰੀ ਅਪਸ ਐਂਡ ਡਾਊਨਸ, ਫਲੈਟ ਮਾਰਕੀਟ, ਬੈਲੈਂਸਡ ਮਾਰਕੀਟ, ਬਾਇਰ ਮਾਰਕੀਟ, ਸੈਲਰ ਮਾਰਕੀਟ ਬਹੁਤ ਦੇਖੀਆਂ ਨੇ। ਹਮੇਸ਼ਾ ਮਾਰਕੀਟ ਥੱਲੇ ਜਾਂਦੀਆਂ ਨੇ, ਇੰਪਰੂਵ ਹੁੰਦੀਆਂ ਨੇ। ਪਰ ਓਵਰਆਲ GTA ਜਿਹਨਾਂ ਲੋਕਾਂ ਨੇ ਇਨਵੈਸਟਮੈਂਟ ਕੀਤੀ ਹੈ, ਚਾਹੇ ਉਹ ਕੌਂਡੋ 'ਚ ਕੀਤੀ ਹੈ ਜਾਂ ਘਰਾਂ 'ਚ ਕੀਤੀ ਹੈ, ਚਾਹੇ ਕਮਰਸ਼ੀਅਲ ਪ੍ਰੋਪਰਟੀਜ਼ 'ਚ ਵੀ ਕੀਤੀ ਹੈ, ਉਹਨਾਂ 'ਚ ਕੋਈ ਘਾਟਾ ਨਹੀਂ ਖਾਧਾ, ਉਹਨਾਂ ਨੂੰ ਫਾਇਦਾ ਹੀ ਹੋਇਆ। ਇਹ ਤੁਹਾਡੀ ਪਰਸਨਲ ਪ੍ਰੈਫਰੈਂਸ ਹੈ। ਕੁਝ ਲੋਕ ਕੌਂਡੋ 'ਚ ਰਹਿਣਾ ਪਸੰਦ ਕਰਦੇ ਨੇ, ਕੁਝ ਨੂੰ ਕੌਂਡੋ ਕਲਚਰ ਚੰਗਾ ਲੱਗਦਾ, ਨਾ ਉੱਥੇ ਘਾਹ ਕੱਟਣ ਦੀ ਜ਼ਰੂਰਤ ਹੁੰਦੀ ਹੈ, ਨਾ ਉੱਥੇ ਤੁਹਾਨੂੰ ਕੋਈ ਹੋਰ ਮੇਨਟੇਨੈਂਸ ਕਰਨ ਦੀ ਲੋੜ ਹੁੰਦੀ ਹੈ, ਔਰ ਤੁਸੀਂ ਛੋਟੇ ਘਰਾਂ 'ਚ ਰਹਿ ਕੇ ਚੱਲ ਸਕਦੇ ਹੋ। ਉਹ ਲੋਕ ਕੌਂਡੋ ਪ੍ਰੈਫਰ ਕਰਦੇ ਨੇ। ਸਾਡੀ ਕਮਿਊਨਿਟੀ, ਜਿਹੜਾ ਤੁਹਾਡਾ ਪਹਿਲਾ ਸਵਾਲ ਸੀ ਕਿ ਅਸੀਂ ਕਿੱਦਾਂ ਦਾ, ਅਸੀਂ ਖੁੱਲ੍ਹੇ ਘਰਾਂ 'ਚੋਂ ਆਏ ਹਾਂ। ਪਿੰਡਾਂ ਸ਼ਹਿਰਾਂ 'ਚ ਸਾਡੇ ਵੱਡੇ ਖੁੱਲ੍ਹੇ ਘਰ ਸੀ, ਅਸੀਂ ਉਹਨਾਂ ਚੀਜ਼ਾਂ 'ਚੋਂ ਆਏ ਹਾਂ। ਸਾਨੂੰ ਚਾਹੀਦੀ ਹੈ ਥੋੜ੍ਹੀ ਬਹੁਤੀ ਲੈਂਡ ਵੀ ਹੋਵੇ, ਥੋੜ੍ਹਾ ਯਾਰਡ ਵੀ ਹੋਵੇ। ਇਸ ਕਰਕੇ ਇਹੋ ਜਿਹੀਆਂ ਪ੍ਰੋਪਰਟੀ ਜਿਹੜੀਆਂ ਸਾਡੀ ਕਮਿਊਨਿਟੀ ਵਾਸਤੇ, ਜਿਹੜੇ ਆਮ ਘਰ ਨੇ, ਟਾਊਨ ਹਾਊਸਿਸ ਹੋ ਗਏ, ਡੀਟੈਚ ਘਰ ਹੋ ਗਏ, ਆਈ ਥਿੰਕ ਲੋਕ ਉਹ ਜ਼ਿਆਦਾ ਪ੍ਰੈਫਰ ਕਰਦੇ ਆ ਜੀ। ਆਖਰੀ ਸਵਾਲ ਮੇਰਾ ਇਹੀ ਹੈ ਕਿ ਕੈਨੇਡਾ ਵਿੱਚ ਘਰ ਖਰੀਦਣਾ ਕਿੰਨਾ ਕੁ ਸੌਖਾ ਜਾਂ ਕਿੰਨਾ ਕੁ ਔਖਾ ਆ? ਕੋਈ ਜ਼ਿਆਦਾ ਔਖਾ ਨਹੀਂ ਜੀ, ਜੇ ਤੁਸੀਂ ਸਹੀ ਲੋਕਾਂ ਦੀ ਸਲਾਹ ਲੈਂਦੇ ਹੋ ਅਤੇ ਸਹੀ ਤਰੀਕੇ ਨਾਲ ਆਪਣਾ ਕੰਮ ਕਰਦੇ ਹੋ। ਬਹੁਤ ਸਾਰੇ ਲੋਕ ਮੌਰਗੇਜਸ ਦੇ ਵਿੱਚ ਜਿਹੜੀਆਂ ਚੋਰ ਮੋਰੀਆਂ ਨੇ, ਜਿਹੜੇ ਲੂਪ ਹੋਲਸ ਨੇ, ਉਹਨਾਂ ਨਾਲ ਖੇਡਦੇ ਆ। ਉਹ ਕਿਸੇ ਹੱਦ ਤੱਕ ਤਾਂ ਖੇਡਿਆ ਜਾ ਸਕਦਾ। ਕੁਝ ਚੀਜ਼ਾਂ ਹੁੰਦੀਆਂ ਜਿਹਨਾਂ ਨੂੰ ਥੋੜ੍ਹਾ ਬਹੁਤਾ ਪ੍ਰੈਜ਼ੈਂਟ ਕਿਸੇ ਤਰੀਕੇ ਨਾਲ ਬੈਂਕ ਦੇ ਅੱਗੇ ਕਰਨਾ, ਉਹ ਕੀਤਾ ਜਾ ਸਕਦਾ। ਆਟੇ 'ਚ ਲੂਣ ਪਾਇਆ ਜਾ ਸਕਦਾ, ਲੂਣ 'ਚ ਆਟਾ ਨਹੀਂ ਪਾਇਆ ਜਾ ਸਕਦਾ। ਸੋ ਬਹੁਤਾ ਜ਼ਿਆਦਾ ਉਹਨੂੰ ਅੱਗੇ ਪਿੱਛੇ ਜਿਹੜੇ ਲੋਕ ਉਹ ਰਿਸਕ ਲੈ ਕੇ ਕਰਦੇ ਨੇ ਕੰਮ, ਕਈ ਵਾਰੀ ਫਿਰ ਉਹ ਮੁਸ਼ਕਿਲ 'ਚ ਵੀ ਫਸਦੇ ਆ। ਸੋ ਕੋਈ ਔਖਾ ਨਹੀਂ, ਜੇ ਤੁਸੀਂ ਸਹੀ ਤਰੀਕੇ ਨਾਲ ਕੰਮ ਕਰੋ, ਪ੍ਰੋਪਰ ਸਹੀ ਬੰਦਿਆਂ ਕੋਲ ਜਾਓ, ਜਿਹੜੇ ਬੰਦੇ ਪ੍ਰੋਫੈਸ਼ਨਲੀ, ਉਹਨਾਂ ਦਾ ਹਿਸਟਰੀ ਦੇਖੋ, ਉਹਨਾਂ ਦਾ ਟਰੈਕ ਰੈਕਡ ਦੇਖੋ, ਉਹਨਾਂ ਦੇ ਵਿਊਜ਼ ਪੜ੍ਹੋ, ਉਹਨਾਂ ਬਾਰੇ ਲੋਕਾਂ ਦਾ ਕੀ ਕਹਿਣਾ। ਜੇ ਤੁਹਾਨੂੰ ਕੋਈ ਰੈਫਰ ਕਰ ਰਿਹਾ, ਉਹਦੀ ਸੁਣੋ, ਜਿਨ੍ਹਾਂ ਨੇ ਉਹਨਾਂ ਆਲਰੇਡੀ ਕੰਮ ਕੀਤਾ ਹੈਗਾ। ਇਸੇ ਤਰ੍ਹਾਂ ਬੈਂਕਿੰਗ ਦੇ ਵਿੱਚ ਵੀ ਅਸੀਂ ਮੌਰਗੇਜ ਕਰਾਉਣ ਜਾ ਰਹੇ ਹਾਂ, ਪ੍ਰੋਫੈਸ਼ਨਲ ਬੰਦੇ ਕੋਲ ਜਾਓ, ਅਤੇ ਜੇ ਤੁਸੀਂ ਸਹੀ ਬੰਦਿਆਂ ਨੂੰ ਮਿਲਦੇ ਹੋ ਅਤੇ ਸਹੀ ਤਰੀਕੇ ਨਾਲ ਕੰਮ ਕਰਦੇ ਹੋ, ਫਿਰ ਬਹੁਤ ਸੌਖਾ ਕਰ ਲੈਣਾ ਇੱਥੇ। ਸਾਡੇ ਜਿਹੜੇ ਦਰਸ਼ਕ ਇਸ ਵਕਤ ਤੁਹਾਨੂੰ ਦੇਖ ਰਹੇ ਨੇ, ਉਹਨਾਂ ਨੂੰ ਕੁਝ ਖਾਸ ਕਹਿਣਾ ਚਾਹੋਗੇ? ਕੈਨੇਡਾ ਬਹੁਤ ਵਧੀਆ ਮੁਲਕ ਹੈ, ਅਸੀਂ ਆਲਰੇਡੀ ਇੱਥੇ ਪਹੁੰਚ ਚੁੱਕੇ ਹਾਂ। ਆਈ ਥਿੰਕ ਤੁਸੀਂ ਆਪਣੀ ਸਾਰੀਆਂ ਚੀਜ਼ਾਂ ਦੇ ਸੁਪਨੇ ਸਾਕਾਰ ਕਰ ਸਕਦੇ ਹੋ। ਤੁਸੀਂ ਆਪਣੀ ਮਨਪਸੰਦ ਦੀ ਗੱਡੀ ਲੈ ਸਕਦੇ ਹੋ, ਜਿਹਦੀਆਂ ਅਸੀਂ ਇੱਥੇ ਬੈਠੇ ਡਰੀਮ ਕਰਦੇ ਹਾਂ, ਅਤੇ ਤੁਸੀਂ ਘਰ ਵੀ ਲੈ ਸਕਦੇ ਹੋ। ਪਰ ਇਹ ਹੈ ਕਿ ਸਹੀ ਲੋਕਾਂ ਨੂੰ ਮਿਲੋ ਔਰ ਸਹੀ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰੋ। ਇਹ ਬਹੁਤ ਵਧੀਆ ਮੁਲਕ ਹੈ, ਅਤੇ ਜੇ ਅਸੀਂ ਸਹੀ ਤਰੀਕੇ ਨਾਲ ਚੱਲਾਂਗੇ, ਆਈ ਥਿੰਕ ਆਪਾਂ ਨੂੰ ਕੋਈ ਵਧੀਆ ਬਣਾ ਸਕਦੇ ਹਾਂ। ਸੋ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ, ਸਪੈਸ਼ਲੀ ਜੋ ਅਸੀਂ ਤੁਹਾਨੂੰ ਡੈਡੀਕੇਟ ਕਰ ਰਹੇ ਹਾਂ ਲਾਈਫ ਇਨ ਕੈਨੇਡਾ ਅਤੇ ਕੈਨੇਡਾ ਵਿੱਚ ਘਰਾਂ ਦਾ ਕੀ ਕਨਸੈਪਟ ਹੋ ਸਕਦਾ। ਸੋ ਜੇਕਰ ਤੁਸੀਂ ਘਰ ਲੈਣਾ ਚਾਹੁੰਦੇ ਹੋ, ਤੁਹਾਨੂੰ ਥੋੜ੍ਹੀ ਬਹੁਤ ਅਸੀਂ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਏਗੀ। ਅਤੇ ਨਾਲ ਹੀ ਕੈਨੇਡਾ ਦੇ ਘਰ ਕਿਸ ਤਰੀਕੇ ਦੇ ਲੱਗੇ, ਖਾਸ ਤੌਰ 'ਤੇ ਜਿਹੜੇ ਘਰ ਦਾ ਅੱਜ ਅਸੀਂ ਤੁਹਾਨੂੰ ਟੂਰ ਕਰਵਾਇਆ, ਕਿਸ ਤਰੀਕੇ ਦਾ ਲੱਗਿਆ, ਸਾਨੂੰ ਜਾਣਕਾਰੀ ਜ਼ਰੂਰ ਦਿਓ। ਨਾਲ ਹੀ ਅਸੀਂ ਤੇਜਵੀਰ ਤੁੱਗਾ ਜੀ ਦਾ ਵੀ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਡੇ ਲਈ ਸਮਾਂ ਕੱਢਿਆ। ਫਿਲਹਾਲ ਰੀਤਿੰਦਰ ਅਤੇ ਮਨਦੀਪ ਪੁਨੀਆ ਨਾਲ ਮੈਨੂੰ ਤਰਨਜੀਤ ਕੌਰ ਘੁੰਮਣ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।